और एक टर्म उसे नाम देने इलास्टिक फटीग, इलास्टिक आफ्टर इफेक्ट, और ਇਹਦੇ ਨਾਲ ही दूजी टर्म ਜਿਹੜੀ ਆਣੀ ਆ टर्म है कि ਤੁਹਾਡੇ ਕੋਲ इलास्टिक फटीग। ਜੇ ਉਹ ਤੇ ਦੋਨਾਂ ਟਰਮਸ ਨੂੰ ਲੈ ਕੇ ਚੱਲਾਂ ਤੇ ਆਪਾਂ ਅੱਗੇ ਵੀ ਗੱਲ ਕੀਤੀ, ਕੱਲ ਵੀ ਮੈਂ ਇੱਕ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਵੀ ਜਿਹੜੇ ਮਟੀਰੀਅਲਸ ਦੀ ਆਪਾਂ ਡਿਸਕਸ਼ਨ ਕਰਦੇ ਪਏ ਨਾ ਜਾਂ ਜਿਹੜੀ ਟਰਮਸ ਨੂੰ ਆਪਾਂ ਡਿਸਕਸ ਕਰਦੇ ਪਏ, ਬੇਸਿਕਲੀ ਸਾਰੇ ਦੇ ਸਾਰੇ ਜਿਹੜੇ ਨੇ ਕਿਸੇ ਵੀ ਪਰਪਸ ਵਾਸਤੇ ਸਿਵਲ ਕੰਸਟਰਕਸ਼ਨ ਦੇ ਅੰਦਰ, ਠੀਕ ਹੈ, ਤੁਹਾਡੇ ਕੋਲ ਕੋਈ ਵੀ ਜਾਂ ਐਸ ਸੱਚ ਕਹ ਲਓ ਕਿ ਵੀ ਕੰਸਟਰਕਸ਼ਨ ਦੇ ਅੰਦਰ ਜਿਹੜੇ ਮਟੀਰੀਅਲ ਯੂਜ਼ ਕੀਤੇ ਜਾਂਦੇ ਆ, ਹਨਾ, ਅਸੀਂ ਉਹਨਾਂ ਮਟੀਰੀਅਲ ਦੇ ਨਾਲ ਰਿਲੇਟਡ ਜਿਹੜੀਆਂ ਪ੍ਰੋਪਰਟੀਆਂ ਨੇ, ਜਿਹੜੀਆਂ ਟਰਮਸ ਨੇ, ਠੀਕ ਹੈ, ਉਹ ਇਸ ਚੈਪਟਰ 'ਚ ਪੜ੍ਹਦੇ ਪਏ। ਹੁਣ ਜਦੋਂ ਇਲਾਸਟਿਕ ਆਫਟਰ ਇਫੈਕਟ ਲਵਾਂ ਜਾਂ ਇਲਾਸਟਿਕ ਫਟੀਗ ਲਵਾਂ, ਇਹਨਾਂ ਦੋਨਾਂ ਚੀਜ਼ਾਂ ਨੂੰ ਕਿੱਥੇ ਜਾ ਕੇ ਲਿੰਕ ਕਰਨਾ, ਕੱਲ ਵਾਲੇ ਟੌਪਿਕ ਨਾਲ ਫੇਰ ਦੁਬਾਰਾ ਕਿ ਜਿਹੜਾ ਸਟ੍ਰੈਸ ਸਟ੍ਰੇਨ ਰਿਲੇਸ਼ਨਸ਼ਿਪ ਇਹਨੇ ਵਾਇਰ ਆਪਾਂ ਗੱਲ ਕੀਤੀ ਆ, ਉਹ 'ਚ ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਜਦੋਂ ਕਿਸੇ ਮਟੀਰੀਅਲ ਤੇ ਤੁਸੀਂ ਸਟ੍ਰੈਸ ਅਪਲਾਈ ਕਰਦੇ ਹੋ, ठीक है, मैं एग्जांपल ये कोड की सी कल कि भी मान लो किसी आप कहता जी कोई ब्रिज बनाने पे, उस ब्रिज के नीचे जेडे तुसी एसएच आयरन दे गार्डर्स लगा रहे हो, बीम पाने पे हो, है ना, जदों ओदे उत्तों दी ट्रक या हैवी लोड निकलदा पिया ते बेसिकली वो उस इंस्टेंट दे उत्ते उत्ते स्ट्रेस एक्सर्ट करदा। यस यस सर। वो उस जगह ते स्ट्रेस एक्सर्ट करदा पिया ना, उस स्ट्रेस करके उस आयरन बीम दे अंदर कहंदा जी स्ट्रेन आंदी पई आ। हुण जदों उच्च स्ट्रेस दे करके स्ट्रेन आई आ, क्या स्ट्रेस और स्ट्रेन एक दूजे दे प्रपोर्शनल ही है उस वेले, कि स्ट्रेस ज्यादा होगी स्ट्रेन थोड़ी आ, कि स्ट्रेस थोड़ी आ तो स्ट्रेन बहुत ज्यादा आ गई। ये सारियां चीजां असी उस मटीरियल नूं उत्थे यूज करन तो पहलों डिस्कस करदे आ, ਅਸੀਂ ਉਸ ਮਟੀਰੀਅਲ ਦੀ ਸਟੱਡੀ ਕਰਦੇ ਪਏ ਆ ਕਿ ਵੀ ਉਹ ਮਟੀਰੀਅਲ ਜਿਹੜੇ ਉੱਥੇ ਯੂਜ਼ ਕਰਨੇ ਆ, ਜੇ ਮੰਨ ਲਓ ਤੋਂ ਟਰੱਕ ਜਦੋਂ ਨਿਕਲਿਆ, ਹਨਾ, ਉਸ ਵੇਲੇ ਸਟ੍ਰੈਸ ਪਈ, ਸਟ੍ਰੈਸ ਦੇ ਕਰਕੇ ਉਹਦੇ ਚ ਸਟ੍ਰੇਨ ਆਈ, ਯਾਨੀ ਉਹ ਆਪਣੀ ਸ਼ੇਪ ਤੋਂ ਕੁਝ ਡਿਫਾਰਮ ਹੋਇਆ, ਬੈਂਡ ਹੋਇਆ, ਹਨਾ। ਹੁਣ ਜੇ ਉਹਦੇ ਅੰਦਰ ਬੈਂਡਿੰਗ ਹੋ ਕੇ, ਹਨਾ, ਉਹ ਜਿੱਦਾਂ ਹੀ ਟਰੱਕ ਨਿਕਲਿਆ ਉਹ ਆਪਣੀ ਓਰੀਜਨਲ ਕਨਫੀਗਰੇਸ਼ਨ ਚ ਵਾਪਸ ਆ ਗਿਆ ਤੇ ਕੋਈ ਪ੍ਰੋਬਲਮ ਨਹੀਂ। ਇਹਦਾ ਮਤਲਬ ਹੈ ਕਿ ਵੀ ਸਟ੍ਰੈਸ ਉਸ ਵੇਲੇ ਤੱਕ ਸੀਗੀ ਜਦੋਂ ਸਟ੍ਰੇਨ ਉਦੋਂ ਤੱਕ ਸੀਗੀ ਜਦੋਂ ਤੱਕ ਸਟ੍ਰੈਸ ਸੀ, ਸਟ੍ਰੈਸ ਖਤਮ ਹੁੰਦਾ ਹੀ ਸਟ੍ਰੇਨ ਵੀ ਖਤਮ ਹੋ ਗਈ। ਪਰ ਜੇ ਉਸ ਮਟੀਰੀਅਲ ਦੇ ਅੰਦਰ, ਠੀਕ ਹੈ ਜੀ, ਸਟ੍ਰੇਨ ਪਰਮਾਨੈਂਟ ਰਹਿ ਜਾਵੇ, ਯਾਨੀ ਟਰੱਕ ਨਿਕਲਿਆ ਉਹਨੇ ਥੋੜਾ ਜਿਹਾ ਨੂੰ ਬੈਂਡ ਕੀਤਾ, ਇਹ ਬੈਂਡ ਹੀ ਰਹਿ ਗਿਆ, ਅਗਲੀ ਵਾਰੀ ਟਰੱਕ ਫੇਰ ਨਿਕਲਿਆ ਉਹਨੇ ਹੋਰ ਇਹਨੂੰ ਬੈਂਡ ਕੀਤਾ, ਕੰਟੀਨਿਊਸਲੀ ਜੇ ਪ੍ਰੋਸੈਸ ਮੇਰਾ ਚੱਲਦਾ ਰਹਿ ਜਾਵੇ ਤੇ ਫਿਰ ਮੈਨੂੰ ਇਹ ਸਟੱਡੀ ਕਰਨਾ ਪਏਗਾ ਉਸ ਮਟੀਰੀਅਲ ਦੇ ਅੰਦਰ ਉਹਦੀ ਇਲਾਸਟਿਕ ਲਿਮਿਟ ਤੋਂ ਬਾਅਦ ਉਹਦਾ ਬ੍ਰੇਕਿੰਗ ਪੁਆਇੰਟ ਕਦੋਂ ਆਉਂਦਾ, ਠੀਕ ਹੈ। ਜੇ ਇਲਾਸਟਿਕ ਲਿਮਿਟ ਤੋਂ ਬਾਅਦ ਉਹਦਾ ਬ੍ਰੇਕਿੰਗ ਪੁਆਇੰਟ ਦੇ ਅੰਦਰ ਕਹਿੰਦਾ ਜੀ ਗੈਪ ਬਹੁਤ ਮਿਲ ਜਾਵੇ ਮੈਨੂੰ, ਠੀਕ ਹੈ, ਜਿੱਦਾਂ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਕੁਝ ਮਟੀਰੀਅਲ ਜਿਹੜੇ ਨੇ ਉਹ ਅਸੀਂ ਡਕਟਾਈਲ ਮਟੀਰੀਅਲ ਕਹਿੰਦੇ ਆ, ਕੁਝ ਮਟੀਰੀਅਲ ਅਸੀਂ ਫਿਰ ਬ੍ਰਿਟਲ ਕਹਿੰਦੇ ਆ, ਠੀਕ ਹੈ, ਕੁਝ ਇਲਾਸਟੋਮਰ ਕਹਿੰਦੇ ਆ। ਮਤਲਬ ਮਟੀਰੀਅਲ ਦੀ ਕੈਟੇਗਰਾਈਜੇਸ਼ਨ ਜਿਹੜੀ ਆ ਉਹਦੀ ਸਟ੍ਰੈਸ ਸਟ੍ਰੇਨ ਕਰਵ ਦੇ ਅਕੋਰਡਿੰਗਲੀ ਆ ਕਿ ਵੀ ਉਹਦਾ ਬ੍ਰੇਕਿੰਗ ਪੁਆਇੰਟ ਤੇ ਉਹਦਾ ਇਲਾਸਟਿਕ ਲਿਮਿਟ ਦਾ ਪੁਆਇੰਟ, ਠੀਕ ਹੈ, क्या वो क्लोज बाय आ यानी नियर बाय आ कि उन्हां च वाइड गैप हैगा। ये सारियां चीजां मिलके डिसाइड कर दियां कि किस मटीरियल नु किस पर्पस ਲਈ यूज ਕੀਤਾ ਜਾਏਗਾ। क्या इन्नी गल समझ लगी? यस सर। यही सेम वर्ड लेके ਆਪਾਂ ਅਗਲੀ ਟਰਮ ਵੀ ਲੈਣੇ, ਇਲਾਸਟਿਕ ਆਫਟਰ ਇਫੈਕਟ। ਕਹਿੰਦਾ ਵੀ ਇਹ ਕੀ ਚੀਜ਼ ਹੋਈ, ਕਹਿੰਦਾ temporary delay in regaining the original configuration after the removal of deforming force on the given body। ਹੁਣ ਜੇ ਆਪਣੇ ਆਪ ਜੀ ਤੁਸੀਂ ਉਸ ਲਾਈਨ ਦਾ ਮਤਲਬ ਕੱਢੋ ਤਾਂ ਆਪਾਂ ਕੀ ਕਹਿ ਰਹੇ, ਇਹ ਸਿਰਫ ਟਰਮ ਸਮਝਣ ਵਾਲੀ ਹੈ, ਥਿਓਰੈਟੀਕਲ ਟਰਮਸ ਆ ਬੇਟਾ, ਮੈਥਮੈਟੀਕਲ ਕੁਝ ਨਹੀਂ ਹੈਗਾ। ਕਹਿੰਦਾ ਜੀ ਟੈਂਪਰੇਰੀ ਡਿਲੇ ਇਨ ਰੀਗੇਨਿੰਗ ਦਾ ओरिजिनल ਕਨਫੀਗਰੇਸ਼ਨ, ਮਤਲਬ ਜਦੋਂ ਬਾਡੀ ਤੇ ਮੈਂ ਡਿਫਾਰਮਿੰਗ ਫੋਰਸ ਲਗਾਈ, ਹਨਾ, ਉਸ ਵੇਲੇ ਤੇ ਉਹਨੇ ਆਪਣੀ ओरिजिनल ਕਨਫੀਗਰੇਸ਼ਨ ਚੇਂਜ ਕੀਤੀ, ਉਹਦੀ ਸ਼ੇਪ ਦੇ ਅੰਦਰ ਕੁਝ ਡਿਫਾਰਮੇਸ਼ਨ ਆਈ ਆ, ਪਰ ਜਿੱਦਾਂ ਹੀ ਮੈਂ ਉਸ ਬਾਡੀ ਤੋਂ ਡਿਫਾਰਮਿੰਗ ਫੋਰਸ ਰਿਮੂਵ ਕਰ ਦਵਾਂ, ठीक है, यानी स्ट्रेस ਜਿਹੜੀ ਐਗਜ਼ਰਟ ਕੀਤੀ ਉਹ ਖਤਮ ਕਰ ਦਵਾਂ, ਤੇ ਜੇ ਮੇਰੀ ਬਾਡੀ ਉਸ ਮੂਵਮੈਂਟ ਤੇ ਇਮੀਡੀਏਟਲੀ ਆਪਣੀ ओरिजिनल ਕਨਫੀਗਰੇਸ਼ਨ ਨਹੀਂ ਲੈ ਪਾ ਰਹੀ, ਠੀਕ ਹੈ, ਮਤਲਬ ਉਹਨੂੰ that will take some time to come back to its original। ਆਪਾਂ ਇਹ ਕਿਤੇ ਨਹੀਂ ਕਹਿ ਰਹੇ ਕਿ ਬਾਡੀ ओरिजिनल ਕਨਫੀਗਰੇਸ਼ਨ ਲਏਗੀ ਨਹੀਂ, ਬਾਡੀ ਐਗਜ਼ੈਕਟ ओरिजिनल ਕਨਫੀਗਰੇਸ਼ਨ ਕਹਿੰਦਾ ਜੀ ਲੈਂਦੀ ਪਈ ਆ,
but always take some time after the removal of a deforming force. So that कहना जी phenomena is to be called as the elastic after effect. क्या इन्हीं गल पहले समझ लगी बेटे? Yes, sir. Yes, sir. ਸੋ ਇਲਾਸਟਿਕ ਆਫਟਰ ਇਫੈਕਟ ਮੇਰੇ ਕੋਲ ਜਿਹੜਾ ਵਾ ਇਹਦਾ ਪਰਪਸ ਕੀ ਹੈ? ਉਹ ਕਹਿੰਦਾ ਪੁੱਤ ਜਦੋਂ ਅਸੀਂ ਕੰਟੀਨਿਊਸਲੀ ਆਪਾਂ ਤਾਂ ਗੱਲ ਕੀਤੀ ਇੱਕ ਵਾਰੀ ਡਿਫਾਰਮਿੰਗ ਫੋਰਸ ਲਗਾਈ ਹਨਾ, ਮੁੜ ਕੇ ਜਿੱਦਾਂ ਹੀ ਰਿਮੂਵ ਕੀਤੀ ਤੇ ਉਹਦੇ ਅੰਦਰ ਕਹਿੰਦਾ ਜੀ ਟੈਂਪਰੇਰੀ ਕੁਝ ਸੈਕਿੰਡਸ ਦਾ ਡਿਲੇ ਆਇਆ ਹੋਵੇ, ਪਰ ਜੇ ਕੰਟੀਨਿਊਸਲੀ ਉਸ ਮਟੀਰੀਅਲ 'ਚ ਕੀ ਹੁੰਦਾ ਚਲਾ ਜਾਵੇ, ਅਸੀਂ ਕਹਿੰਦੇ ਜੀ ਕੰਟੀਨਿਊਸਲੀ ਉਹਦੇ ਤੇ ਡਿਫਾਰਮਿੰਗ ਫੋਰਸ ਲਗਾਤਾਰ ਲੱਗ ਰਹੀ, ਠੀਕ ਹੈ, ਮਤਲਬ ਇੱਕ ਬਾਡੀ ਨਿਕਲੀ, ਦੂਜੀ ਬਾਡੀ ਨਿਕਲੀ, ਤੀਜੀ ਬਾਡੀ ਨਿਕਲੀ ਤੇ ਉਹਦੇ ਅੰਦਰ ਉਸ ਮੂਵਮੈਂਟ ਤੇ ਉਹ ਡਿਫਾਰਮੇਸ਼ਨ ਜਿਹੜੀ ਆ ਵਾ ਹਨਾ ਉਹ ਵਧਦੀਆਂ ਜਾ ਰਹੀਆਂ, ਤੇ ਜੇ ਉਸ ਬਾਡੀ ਦੇ ਅੰਦਰ ਡਿਫਾਰਮੇਸ਼ਨ ਮੇਰੇ ਕੋਲ ਵਧਦੀ ਜਾ ਰਹੀ ਤੇ ਕਹਿੰਦਾ ਜੀ ਇਹਦਾ ਮਤਲਬ ਇਹ ਹੋਏਗਾ ਨੂੰ ਆਪਣੀ ओरिजिनल ਕਨਫੀਗਰੇਸ਼ਨ ਲੈਣ ਵਾਸਤੇ ਇੱਕ ਲੌਂਗ ਟਾਈਮ ਦੀ ਰਿਕੁਆਇਰਮੈਂਟ ਆ ਗਈ, ਇਹਨੂੰ ਨੂੰ ਲੰਬਾ ਟਾਈਮ ਲੱਗੇਗਾ, ਠੀਕ ਹੈ ਜੀ, ਆਪਣੀ ओरिजिनल ਕਨਫੀਗਰੇਸ਼ਨ 'ਚ ਵਾਪਸ ਆਉਂਦੇ ਹੋਏ। ਤੇ ਉਸ ਇਨਸਟੈਂਟ ਦੇ ਉੱਤੇ ਕਹਿੰਦਾ ਜੀ ਅਸੀਂ ਕਹਿੰਦੇ ਕਿ ਵੀ ਜੇ ਮੇਰੇ ਕੋਲ ਉਸ ਮੂਵਮੈਂਟ ਦੇ ਇਨ ਬਿਟਵੀਨ ਮੇਰੇ ਕੋਲ ਹੋਰ ਕਹਿੰਦਾ ਜੀ ਐਸ ਸੱਚ ਸਟ੍ਰੈਸ ਐਗਜ਼ਰਟ ਹੋਈ ਜਾਂਦੀ, ਹੋਰ ਡਿਫਾਰਮਿੰਗ ਫੋਰਸ ਲੱਗਦੀ ਆ ਤੇ ਉਹ ਬਾਡੀ ਆਪਣੀ ओरिजिनल ਕਨਫੀਗਰੇਸ਼ਨ ਜਲਦੀ ਨਹੀਂ ਲੈ ਪਾਏਗੀ, ਤੇ ਉਸ ਇਨਸਟੈਂਟ ਤੇ देयर मे बी अ चांस ਕਿ ਵੀ ਉਹ ਐਸ ਸੱਚ ਬਾਡੀ ਦਾ ਬਿਹੇਵੀਅਰ ਜਿਹੜਾ ਵਾ, ਠੀਕ ਹੈ, ਉਹ ਮੇਰੇ ਕੋਲ ਐਸ ਸੱਚ ਕਹਿੰਦਾ ਜੀ ਕਿਆ ਹੋ ਜਾਵੇ ਕਿ ਉਹ 'ਚ ਇਲਾਸਟਿਸਿਟੀ ਘਟਦੀ ਚਲੀ ਜਾਵੇ, ਠੀਕ ਹੈ, ओरिजिनल ਕਨਫੀਗਰੇਸ਼ਨ ਲੈਣ ਲਈ ਜਿੰਨਾਂ ਨੂੰ ਡਿਲੇ ਹੁੰਦਾ ਜਾ ਰਿਹਾ, ਇਨ ਬਿਟਵੀਨ ਜੇ ਉੱਤੇ ਸਟ੍ਰੈਸ ਵੱਧਦੀ ਚਲੀ ਗਈ, ਠੀਕ ਹੈ, ਤੇ ਬਾਡੀ ਦਾ ਬ੍ਰੇਕਿੰਗ ਪੁਆਇੰਟ ਕਹਿੰਦਾ ਆ ਸਕਦਾ। ਇਸ ਲਈ ਮੈਨੂੰ ਪਤਾ ਹੋਵੇ ਕਿ ਉਸ ਥਾਂ ਤੇ ਮੈਂ ਕਿਹੜਾ ਮਟੀਰੀਅਲ ਯੂਜ਼ ਕਰਨਾ। ਜਸਟ ਐਗਜ਼ਾਮਪਲ ਕਿ ਜਿੱਦਾਂ ਤੁਸੀਂ ਬ੍ਰਿਜ ਬਣਾਉਂਦੇ ਪਏ ਹੋ ਤੇ ਜਿਹੜੀਆਂ ਉਹਦੀਆਂ ਸਸਪੈਂਸ਼ਨ ਵਾਇਰਸ ਨੇ, ਮਤਲਬ ਬ੍ਰਿਜ ਨੂੰ ਜਿਹੜੀਆਂ ਤਾਰਾਂ ਦੇ ਨਾਲ ਲਟਕਾ ਕੇ ਮੈਂ ਛੱਡਿਆ ਹੋਇਆ, ਜੇ ਉਹ ਮਟੀਰੀਅਲ ਇਲਾਸਟਿਕ ਆਫਟਰ ਇਫੈਕਟ ਸ਼ੋ ਕਰਦਾ ਹੋਵੇ ਤੇ ਇਹਦਾ ਮਤਲਬ ਆ ਉਹਦੀ ਲੈਂਥ ਦੇ ਵਿੱਚ ਕੰਟੀਨਿਊਸਲੀ ਚੇਂਜ ਆਉਂਦੀ ਜਾਏਗੀ, ਠੀਕ ਹੈ, ओरिजिनल ਕਨਫੀਗਰੇਸ਼ਨ ਲੈਣੀ ਹੋਣੇ ਬਟ ਉਦੋਂ ਲੈਣੀ ਜਦੋਂ ਡਿਫਾਰਮਿੰਗ ਫੋਰਸ ਹਟੇਗੀ, ਤੇ ਜੇ ਉਸ ਬਾਡੀ ਤੇ ਡਿਫਾਰਮਿੰਗ ਫੋਰਸ ਖਤਮ ਹੀ ਨਾ ਹੋਈ, ਕੰਟੀਨਿਊਸਲੀ ਉੱਤੇ ਡਿਫਾਰਮਿੰਗ ਫੋਰਸ ਲੱਗੀ ਜਾ ਰਹੀ ਆ, ਤੇ ਇਹਦਾ ਮਤਲਬ ਹੋ ਗਿਆ ਉਹ 'ਚ ਟੈਂਪਰੇਰੀ ਡਿਲੇ ਵਧਦਾ ਜਾਏਗਾ, ਜਿਹਦੇ ਕਰਕੇ ਉਹ ਵਾਇਰ ਦੀ ਲੈਂਥ ਜਿਹੜੀ ਆ ਹਨਾ ਉਹ ਮੇਰੇ ਕੋਲ ਕਹਿੰਦਾ ਜੀ ਐਸ ਸੱਚ ਚੇਂਜ ਹੋ ਸਕਦੀ ਹੈ, ਜਿਹਦੇ ਕਰਕੇ ਉਹ ਵਾਇਰ ਦੀ ਸਟ੍ਰੈਚਿੰਗ ਜੇ ਇੱਕ ਲਿਮਿਟ ਤੋਂ ਬਿਯੋਂਡ ਆ ਗਈ, ਉਹ ਮਟੀਰੀਅਲ ਮੈਂ ਇਦਾਂ ਦਾ ਯੂਜ਼ ਕੀਤਾ ਕਿ ਉਹਦਾ ਇਲਾਸਟਿਕ ਲਿਮਿਟ ਪੁਆਇੰਟ ਤੇ ਬ੍ਰੇਕਿੰਗ ਪੁਆਇੰਟ ਕਲੋਜ਼ ਆ, ਤੇ ਜੇ ਉਹਦਾ ਇਲਾਸਟਿਕ ਤੇ ਬ੍ਰੇਕਿੰਗ ਪੁਆਇੰਟ ਕਲੋਜ਼ ਹੋਏ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਇਲਾਸਟਿਕ ਆਫਟਰ ਇਫੈਕਟ ਦੇ ਕਰਕੇ ਉਹ 'ਚ ਜਿਹੜਾ ਟੈਂਪਰੇਰੀ ਡਿਲੇ ਆਇਆ ਹੋਇਆ ਉਹ ਇੰਨਾ ਕਿ ਜ਼ਿਆਦਾ ਵੱਧ ਰਿਹਾ ਵਾ ਕਿ ਵੀ ਬਾਡੀ ਜਿਹੜੀ ਆ ਉਹਦੇ ਅੰਦਰ ਵਾਇਰ ਦੇ ਅੰਦਰ ਸਟ੍ਰੇਨ ਇੰਨੀ ਕਿ ਜ਼ਿਆਦਾ ਬਿਲਟ ਅਪ ਹੁੰਦੀ ਜਾ ਰਹੀ ਆ ਕਿ ਉਹ ਵਾਇਰ ਬ੍ਰੇਕ ਕਰ ਜਾਏਗੀ, ਤੇ ਇਹਦਾ ਮਤਲਬ ਜੇ ਉਹ ਵਾਇਰ ਬ੍ਰੇਕ ਕਰਦੀ ਆ ਤੇ ਉਹ ਮਟੀਰੀਅਲ ਫਿਰ ਯੂਜ਼ਫੁਲ ਨਹੀਂ ਹੋਏਗਾ ਸਸਪੈਂਸ਼ਨ ਵਾਇਰ ਦੀ ਫਾਰਮ 'ਚ ਯੂਜ਼ ਕਰਨ ਲਈ। ਇਹਦੀ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਆਪਣੇ ਕੋਲ ਬੜਾ ਇੱਕ ਇਨਸਟਰੂਮੈਂਟ ਆ ਜਾਂਦਾ, ਠੀਕ ਹੈ, ਉਹਨੂੰ ਅਸੀਂ ਨਾਮ ਦਿੰਦੇ ਹਾਂ ਮੂਵਿੰਗ ਕੁਆਇਲ ਗੈਲਵੇਨੋਮੀਟਰ। ਪਲੱਸ 2 ਚ ਪੜਾਂਗੇ ਪ੍ਰੋਪਰ ਢੰਗ ਨਾਲ, ਥੋੜਾ ਜਿਹਾ ਉਹਦਾ ਹਿੰਟ ਦੇ ਰਿਹਾ ਕਿਸ ਪਰਪਸ ਲਈ। ਮੂਵਿੰਗ ਕੁਆਇਲ ਗੈਲਵੇਨੋਮੀਟਰ ਚੋਂ ਜੇ ਮੈਂ ਕੱਲਾ ਵਰਡ ਗੈਲਵੇਨੋਮੀਟਰ ਲੈ ਲਾ ਤੇ ਪੁੱਤ ਗੈਲਵੇਨੋਮੀਟਰ ਅਸੀਂ ਡਿਫਾਈਨ ਕਰਦੇ ਹਾਂ ਉਸ ਡਿਵਾਈਸ ਨੂੰ ਜਿਹੜਾ ਮੇਰੇ ਕੋਲ ਕਿਸੇ ਸਰਕਟ ਦੇ ਅੰਦਰ ਸਮਾਲ ਇਲੈਕਟ੍ਰਿਕ ਕਰੰਟ ਮੇਜਰ ਕਰਦਾ। ਐਮ ਮੀਟਰ ਤੇ ਵੋਲਟ ਮੀਟਰ ਇਹਨਾਂ ਦੋਨਾਂ ਨਾਲੋਂ ਇੱਕ ਉਹ 'ਚ ਡਿਫਰੈਂਸ ਹੁੰਦਾ, ਡਿਫਰੈਂਸ ਇਹ ਹੁੰਦਾ ਕਿ ਵੀ ਐਮ ਮੀਟਰ ਤੇ ਵੋਲਟ ਮੀਟਰ ਤੁਹਾਡੇ ਏਸੀ ਨਾਲ ਜਿੱਦਾਂ ਲੱਗੇ ਹੁੰਦੇ ਆ ਹਨਾ, ਉਹ ਸਿੰਗਲ ਸਾਈਡ ਡਿਫਲੈਕਸ਼ਨ ਦਿੰਦੇ ਆ, ਮਤਲਬ ਉਹਨਾਂ ਦਾ ਇਸ ਸਾਈਡ ਦੇ ਉੱਤੇ 0 ਪੁਆਇੰਟ ਆ, ਉਹਨਾਂ ਦਾ ਇਸ ਸਾਈਡ ਦੇ ਉੱਤੇ 0 ਪੁਆਇੰਟ ਆ ਤੇ ਇਸ ਸਾਈਡ ਨੂੰ ਸਾਰੀਆਂ ਉਹਦੀਆਂ ਰੀਡਿੰਗ ਆ, ਠੀਕ ਹੈ, ਐਮ ਮੀਟਰ ਹੋਵੇ ਵੋਲਟ ਮੀਟਰ ਹੋਵੇ। ਪਰ ਜਿਹੜਾ ਵੋਲਟ ਮੀਟਰ ਗੈਲਵੇਨੋਮੀਟਰ ਹੁੰਦਾ, ਗੈਲਵੇਨੋਮੀਟਰ ਅਸੀਂ ਡਿਫਾਈਨ ਕਰਦੇ ਉਹ ਡਿਊਲ ਡਿਫਲੈਕਸ਼ਨ ਡਿਵਾਈਸ ਆ। ਡਿਊਲ ਡਿਫਲੈਕਸ਼ਨ ਦਾ ਮਤਲਬ ਇਹ ਹੋਏਗਾ ਕਿ ਇਹ ਦੋਨੋਂ ਸਾਈਡ ਦੇ ਉੱਤੇ ਡਿਫਲੈਕਸ਼ਨ ਸ਼ੋ ਕਰਦਾ, ਪੋਜ਼ਿਟਿਵ ਔਰ ਨੈਗੇਟਿਵ ਦੋਨੋਂ ਸਾਈਡ ਦੇ ਉੱਤੇ। ਇੰਨੀ ਗੱਲ ਪਹਿਲਾਂ ਸਮਝ ਲੱਗੀ? Yes, sir. Yes, sir. ਠੀਕ ਹੈ, ਹੁਣ ਜਿਹੜਾ ਗੈਲਵੇਨੋਮੀਟਰ ਅਸੀਂ ਯੂਜ਼ ਕਰਦੇ, ਮੈਂ ਕਿਹਾ ਵੀ ਇਹਨੂੰ ਮੈਂ ਕਿਸੇ ਸਰਕਟ ਚਲਾ ਲਿਆ, ਸਿੰਪਲ ਮੀਟਰ ਆ, ਸਿੰਪਲ ਮੀਟਰ ਆ ਜਿਹਦੇ ਚ ਮੇਰੇ ਕੋਲ ਕੀ ਹੋਏਗਾ, ਉਹਦੇ ਚ ਇੱਕ ਇਸ ਟਾਈਪ ਦੀ ਰੈਕਟੈਂਗੂਲਰ ਕੁਆਇਲ ਹੁੰਦੀ ਆ ਜਿਹਦੇ ਉੱਤੇ ਅਸੀਂ ਸਾਰੀ ਆਪਣੀ ਕਾਪਰ ਵਾਇਰ ਰੈਪ ਕੀਤੀ ਆ, ਔਰ ਇਹਦੇ ਉੱਤੇ ਇੱਕ ਪੁਆਇੰਟਰ ਲੱਗਾ ਹੋਇਆ, ਠੀਕ ਹੈ ਜੀ, ਇਹਦੇ ਉੱਤੇ ਪੁਆਇੰਟਰ ਲੱਗਿਆ। ਪੁਆਇੰਟਰ ਜਦੋਂ ਆਪਣੀ ਥਾਂ ਤੋਂ ਜਦੋਂ ਕੁਆਇਲ ਚੋਂ ਕਰੰਟ ਪਾਸ ਹੁੰਦਾ, ਠੀਕ ਹੈ, ਮੈਂ ਥੋੜਾ ਜਿਹਾ ਹਿੰਟ ਦੇਵਾਂਗਾ, ਬਹੁਤ ਡਿਟੇਲ ਚ ਨਹੀਂ ਚੱਲ ਲਵਾਂਗਾ। ਜਦੋਂ ਕੁਆਇਲ ਚੋਂ ਕਰੰਟ ਪਾਸ ਹੁੰਦਾ ਨਾ ਤੇ ਕੁਆਇਲ ਦੇ ਵਿੱਚੋਂ ਕਰੰਟ ਪਾਸ ਹੋਣ ਕਰਕੇ ਕੁਆਇਲ ਦੀਆਂ ਚਾਰੇ ਆਰਮਸ ਤੇ ਫੋਰਸਿਸ ਲੱਗਦੀਆਂ, ਔਰ ਉਹਦੇ ਵਿੱਚੋਂ ਕੀ ਹੁੰਦਾ ਕਿ ਵੀ ਦੋ ਆਰਮਸ ਜਿਹੜੀਆਂ ਨੇ
ਇਹ ਇੱਕ ਦੂਜੇ ਦਾ ਇਫੈਕਟ ਕੈਂਸਲ ਕਰ ਜਾਂਦੀਆਂ। ਕਿਉਂ ਕਰ ਜਾਂਦੀਆਂ ਉਹਦੀ ਗੱਲ ਛੱਡ ਦਿਓ, ਇਹ +2 ਦੇ ਕੰਸਰਨ ਰਹੇਗਾ। ਠੀਕ ਹੈ, ਦੋ ਆਰਮ ਦੀ ਫੋਰਸਿਸ ਜਿਹੜੀਆਂ ਨੇ ਉਹ ਤੁਹਾਡੀ ਕੁਆਇਲ ਨੂੰ ਡਿਫਲੈਕਟ ਕਰ ਦਿੰਦੀ। ਔਰ ਜਦੋਂ ਮੇਰੀ ਕੁਆਇਲ ਜਿਹੜੀ ਆ ਉਹ ਕਿਸੇ ਵੀ ਇਨਸਟੈਂਟ ਤੇ ਡਿਫਲੈਕਟ ਹੁੰਦੀ ਤੇ ਇਹਦੇ ਹਿੱਲਣ ਦੇ ਨਾਲ ਇਹਦੇ ਤੇ ਲੱਗਾ ਪੁਆਇੰਟਰ। ਹੁਣ ਕੁਆਇਲ ਚੋਂ ਕਰੰਟ ਥੋੜਾ ਵਾ, ਕੁਆਇਲ ਚੋਂ ਕਰੰਟ ਜ਼ਿਆਦਾ ਵਾ, ਉਹਦੇ ਅਕੋਰਡਿੰਗਲੀ ਇਹ ਚ ਟਰਨਿੰਗ ਇਫੈਕਟ ਆਣਾ, ਥੋੜਾ ਆਣਾ ਕਿ ਜ਼ਿਆਦਾ ਆਣਾ। ਮਤਲਬ ਪੁਆਇੰਟਰ ਨੇ 1 ਐਂਪੀਅਰ ਕਰੰਟ ਦਿਖਾਇਆ ਕਿ 10 ਐਂਪੀਅਰ ਦਿਖਾਇਆ, ਉਹ ਇਸ ਚੀਜ਼ ਤੇ ਡਿਪੈਂਡ ਕਰੇਗਾ ਕਿ ਇਸ ਕਰੰਟ ਦੇ ਕਰਕੇ ਇਹ ਚ ਟਾਰਕ ਕਿੰਨਾ ਕੁ ਬਣਿਆ। ਹੁਣ ਉਹਦੇ ਕਰਕੇ ਹੁੰਦਾ ਕੀ ਆ ਕਿ ਆ ਪੁਆਇੰਟਰ ਜਦੋਂ ਕੁਆਇਲ ਕੋ ਮੈਂ ਅਸੀਂ ਕਹਿੰਦੇ ਜੀ ਪੁਆਇੰਟਰ ਵੀ ਇਸ ਸਾਈਡ ਨੂੰ ਸ਼ਿਫਟ ਕਰ ਗਿਆ, ਜੇ ਇਧਰ ਨੂੰ ਰਿਫਲੈਕਟ ਹੋਈ ਪੁਆਇੰਟਰ ਇਸ ਸਾਈਡ ਨੂੰ ਸ਼ਿਫਟ ਕਰ ਗਿਆ। ਇਹਦਾ ਮਤਲਬ ਜਦੋਂ ਪੁਆਇੰਟਰ ਆਪਣੀ ਮੇਨ ਪੋਜੀਸ਼ਨ ਤੋਂ ਸ਼ਿਫਟ ਕਰਦਾ ਨਾ ਕਿਸੇ ਵੀ ਡਾਇਰੈਕਸ਼ਨ ਚ, ਤੇ ਬੇਸਿਕਲੀ ਇਸ ਕੁਆਇਲ ਤੇ ਅਸੀਂ ਕੰਸੀਡਰ ਕਰਦੇ ਉਦੋਂ ਟਾਰਕ ਲੱਗਿਆ, ਜਿਹਦੇ ਕਰਕੇ ਹੋਏਗਾ ਕਿ ਇਹਦੇ ਅੰਦਰਲਾ ਮੈਕੈਨਿਜ਼ਮ ਦੱਸਦਾ ਪਿਆ ਆਪਾਂ ਨੂੰ ਜੋ ਦਿਖਦਾ ਸਿਰਫ ਪੁਆਇੰਟਰ ਘੁੰਮਦਾ ਦਿਖਦਾ। ਠੀਕ ਹੈ, ਬਟ ਇਹਦੇ ਬੈਕ ਐਂਡ ਦੇ ਉੱਤੇ ਕੀ ਹੁੰਦਾ, ਆਪਣੇ ਕੋਲ ਇੱਕ ਆ ਵਾਇਰ ਆ ਜਾਂਦੀ ਆ। ਇਸ ਵਾਇਰ ਨੂੰ ਅਸੀਂ ਇੱਕ ਰੈਕਟੈਂਗੂਲਰ ਕੁਆਇਲ ਦੇ ਨਾਲ ਇਸ ਵੇ ਨਾਲ ਅਟੈਚ ਕਰਦੇ ਆ। ਇਹਦੇ ਸੈਂਟਰ 'ਚ ਇੱਕ ਮੇਰੇ ਕੋਲ ਕਹਿੰਦਾ ਜੀ ਕੋਰ ਲੱਗੀ ਹੋਈ ਆ। ਠੀਕ ਹੈ, ਇਹਦੇ ਉੱਤੇ ਐਸਐਚ ਇਸ ਵੇ ਨਾਲ ਇੱਕ ਇੱਥੇ ਸਪਰਿੰਗ ਲੱਗਿਆ ਹੁੰਦਾ। ਇਹ ਬਹੁਤ ਇੱਕ ਚੀਜ਼ ਸਿਰਫ ਇੱਕ ਵਰਡ ਚਾਹੀਦਾ ਜਿਹਦੇ ਵਾਸਤੇ ਸਾਰੀ ਚੀਜ਼ ਦੱਸਦਾ ਮੈਂ ਤਾਂ ਕਿ ਤੁਹਾਨੂੰ ਥੋੜਾ ਕਲੀਅਰ ਹੋ ਜੇ। ਔਰ ਇੱਥੇ ਮੇਰੇ ਕੋਲ ਐਸਐਚ ਜਿਹੜੀ ਆ ਵਾਇਰ ਆ ਤੇ ਆ ਵਾਇਰ ਆ ਮੇਰੀ ਕਾਪਰ ਵਾਇਰ ਹੁੰਦੀ ਆ। ਆ ਜਿਹੜਾ ਹੈਂਗਿੰਗ ਪੋਰਸ਼ਨ ਹੈ ਨਾ, ਇਹਨੂੰ ਅਸੀਂ ਇਸ ਵਾਇਰ ਨੂੰ ਇੱਥੇ ਹੈਂਗ ਕੀਤਾ ਹੁੰਦਾ ਇਸ ਵੇ ਨਾਲ, ਮਤਲਬ ਇਹਨੂੰ ਇਸ ਸਕਰੂ ਦੇ ਵਿੱਚ ਅਸੀਂ ਇੱਥੇ ਜਿਹੜਾ ਫਸਾਇਆ ਹੁੰਦਾ, ਮਤਲਬ ਇੱਥੇ ਇਸ ਵੇ ਨਾਲ ਕਰਕੇ ਇੱਕ ਗ੍ਰਿਪ ਬਣੀ ਹੁੰਦੀ ਆ ਜਿਹਦੇ ਵਿੱਚ ਆ ਮੇਰੀ ਵਾਇਰ ਜਿਹੜੀ ਆ ਇਹ ਇਸ ਵੇ ਨਾਲ ਹੈਂਗ ਕਰਦੀ ਆ। ਔਰ ਨੀਚੇ ਵਾਲੇ ਪੋਰਸ਼ਨ 'ਚ ਤੇ ਆ ਰੈਕਟੈਂਗੂਲਰ ਕੁਆਇਲ ਲੱਗੀ ਹੁੰਦੀ ਆ। ਠੀਕ ਹੈ, ਆ ਕੁਆਇਲ ਜਿਹੜੀ ਆ ਇਹਦਾ ਮਟੀਰੀਅਲ ਤੇ ਆ ਵਾਇਰ ਜਿਹੜੀ ਹੈਂਗ ਕੀਤੀ ਆ ਇਹ ਦੋਨੋਂ ਸੇਮ ਮਟੀਰੀਅਲ ਦੇ ਨਹੀਂ ਹੁੰਦੇ। ਜਿਹੜੀ ਉੱਪਰਲੀ ਮੈਂ ਵਾਇਰ ਯੂਜ਼ ਕਰਾਂਗਾ ਜਿਹਨੂੰ ਮੈਂ ਜਿਹਦੇ ਨਾਲ ਆਪਣੀ ਕੁਆਇਲ ਨੂੰ ਸਸਪੈਂਡ ਕੀਤਾ ਹੋਏਗਾ ਨਾ, ਇਹਨੂੰ ਅਸੀਂ ਇੱਕ ਸਪੈਸ਼ਲ ਮਟੀਰੀਅਲ ਦੇ ਨਾਲ ਬਣਾਉਂਦੇ ਆ। ਇਹਨੂੰ ਅਸੀਂ ਨਾਮ ਦਿੰਦੇ ਇਹ ਫਾਸਫੋਰ ਬ੍ਰੌਂਜ਼ ਮਟੀਰੀਅਲ ਹੋਏਗਾ। ਠੀਕ ਹੈ, ਇਹ ਫਾਸਫੋਰ ਬ੍ਰੌਂਜ਼ ਮਟੀਰੀਅਲ ਹੋਏਗਾ ਜਾਂ ਇਹ ਮੇਰੇ ਕੋਲ ਕੁਆਰਟਜ਼ ਮਟੀਰੀਅਲ ਹੋਏਗਾ। ਆਪਾਂ ਨੂੰ ਮਟੀਰੀਅਲ ਦੀ ਕੈਮੀਕਲ ਕੰਪੋਜੀਸ਼ਨ ਨਹੀਂ ਚਾਹੀਦੀ, ਆਪਣੇ ਲਈ ਸਿਰਫ ਇੱਕ ਵਰਡ ਮੇਨ ਆ ਕਿ ਵੀ ਜਿਹੜੀ ਸਸਪੈਂਡਿੰਗ ਵਾਇਰ ਬਣਾਣੀ ਆ that should be made up of phosphor bronze material or quartz material। ਕਹਿੰਦਾ ਵੀ ਉਹ ਕਿਉਂ, ਤੇ ਇਹਦੇ ਵਾਸਤੇ ਫਿਰ ਅਸੀਂ ਉੱਥੇ ਵਰਡ ਯੂਜ਼ ਕਰਦੇ ਟੂ ਰਿਡਿਊਸ ਦਾ ਟੂ ਮਿਨੀਮਾਈਜ਼ ਦਾ, ਕਹਿੰਦਾ ਇਲਾਸਟਿਕ ਆਫਟਰ ਇਫੈਕਟ। ਇਹਦਾ ਮਤਲਬ ਜਿਹੜੀ ਸਸਪੈਂਸ਼ਨ ਬਣਾਈਆਂ ਜਾਣਗੀਆਂ ਭਾਵੇਂ ਉਹ ਬ੍ਰਿਜ ਦੀ ਸਸਪੈਂਸ਼ਨ ਹੋਵੇ, ਜਿਹੜੀ ਸਸਪੈਂਸ਼ਨ ਬਣਾਈ ਜਾਏਗੀ ਹਨਾ ਉਹ ਕੁਝ ਇਦਾਂ ਦੇ ਮਟੀਰੀਅਲ ਦੀ ਬਣਾਵਾ ਜਿੱਚ ਇਲਾਸਟਿਕ ਆਫਟਰ ਇਫੈਕਟ ਜਿਹੜਾ ਉਹ ਮਿਨੀਮਾਈਜ਼ ਹੋਵੇ। ਕਹਿੰਦਾ ਜੀ ਫਾਸਫੋਰ ਬ੍ਰੌਂਜ਼ ਮਟੀਰੀਅਲ ਜਾਂ ਕੁਆਰਟਜ਼ ਮਟੀਰੀਅਲ, these two are such a material whose ਕਹਿੰਦਾ ਜੀ as such ਮੇਰੇ ਕੋਲ ਜਿਹੜੀ ਇਲਾਸਟਿਕ ਆਫਟਰ ਇਫੈਕਟ should be negligible। ਕਹਿੰਦਾ ਵੀ ਇਹਦੀ ਐਡਵਾਂਟੇਜ ਕੀ ਆ, ਹੁਣ ਇਹਦੀ ਗੱਲ ਤੇ ਆ ਰਿਹਾ ਕੀ ਮੈਨੂੰ ਇਹਦਾ ਫਾਇਦਾ ਇਸ ਵਾਇਰ ਦਾ। ਬੇਟੇ ਹੋਏਗਾ ਕਿ ਜਦੋਂ ਤੁਸੀਂ ਐਸ ਐਚ ਆਪਣੇ ਗਲਵੈਨੋਮੀਟਰ ਦੇ ਥਰੂ ਕਰੰਟ ਪਾਸ ਕੀਤਾ ਤੇ ਕਰੰਟ ਪਾਸ ਕਰਕੇ ਅਸੀਂ ਨੋਟ ਕੀਤਾ ਕਿ ਨੀਡਲ ਇੱਥੇ ਡਿਫਲੈਕਟ ਹੋ ਗਈ। ਹੁਣ ਪਰ ਉਸ ਤੋਂ ਬਾਅਦ ਮੈਂ ਐਸ ਐਚ ਕੀ ਕੀਤਾ, ਡਿਵਾਈਸ ਚੋਂ ਕਰੰਟ ਸਵਿਚ ਆਫ ਕਰਤਾ। ਹੁਣ ਜਿੱਦਾਂ ਹੀ ਕਰੰਟ ਸਵਿਚ ਆਫ ਕਰਾਂ ਹੋਣਾ ਇਹ ਚਾਹੀਦਾ ਇਮੀਡੀਏਟਲੀ ਦਿਸ ਕੋਇਲ ਰਿਟਰਨ ਟੂ ਦਾ ਜ਼ੀਰੋ ਪੋਜੀਸ਼ਨ। ਇਹਦਾ ਮਤਲਬ ਮੇਰਾ ਪੁਆਇੰਟਰ ਜਿਹੜਾ ਸੀਗਾ ਹਨਾ ਉਹ 0 ਤੋਂ 5 ਐਂਪੀਅਰ ਤੱਕ ਮੈਨੂੰ ਕਰੰਟ ਦਿਖਾਉਂਦਾ ਪਿਆ, ਕਰੰਟ 5 ਐਂਪੀਅਰ ਆਇਆ। ਠੀਕ ਹੈ, ਪਰ ਜਿੱਦਾਂ ਹੀ ਮੈਂ ਐਸਐਸ ਸਰਕਟ ਨੂੰ ਸਵਿਚ ਆਫ ਕੀਤਾ ਤੇ ਕਰੰਟ ਕਿੰਨਾ ਰਹਿ ਗਿਆ ਜੀ, 0 ਐਂਪੀਅਰ। ਹੁਣ ਹੋਣਾ ਕਿਦਾ ਚਾਹੇ ਮੈਨੂੰ ਕਿਦਾ ਪਤਾ ਲੱਗੂ 0 ਹੋਇਆ, ਸਵਿਚ ਤੇ ਮੈਂ ਕੱਢ ਦਿੱਤਾ। ਪਰ ਜਿਹੜਾ ਪੁਆਇੰਟਰ ਹੈ ਨਾ that takes some time to return from 5 to 0। ਹੁਣ ਜਦੋਂ ਤੱਕ ਇਹ 5 ਤੋਂ ਵਾਪਸ 0 ਨਹੀਂ ਆ ਜਾਂਦਾ ਆਪਾਂ ਅਗਲੀ ਰੀਡਿੰਗ ਨਹੀਂ ਲੈ ਸਕਦੇ ਹਨਾ। ਇਹਦਾ ਮਤਲਬ ਇਹ ਹੋ ਗਿਆ ਹੋਣਾ ਇਹ ਚਾਹੀਦਾ as soon as you switch off the current immediately this pointer should return to the 0 point, यानी with no time delay। ठीक है, pointer should return to the 0 point। ठीक है जी, इस चीज ਨੂੰ ਫਿਰ ਜੇ ਮੈਂ ਬਿਲਟ ਅਪ ਕਰਨਾ ਉਹਦੇ ਲਈ ਮੈਨੂੰ ਕੀ ਚਾਹੀਦਾ ਕਿ ਤੁਹਾਡੇ ਮਟੀਰੀਅਲ ਦੇ ਅੰਦਰ ਇਲਾਸਟਿਕ ਆਫਟਰ ਇਫੈਕਟ ਜਿਹੜਾ ਵਾ ਹਨਾ ਉਹ ਮੇਰੇ ਕੋਲ ਮਿਨੀਮਮ ਅਮਾਉਂਟ ਚ ਆਵੇ। ਕਿਉਂਕਿ ਜਦੋਂ ਕੁਆਇਲ ਮੇਰੀ ਡਿਫਲੈਕਟ ਹੋਣੀ ਹੈ ਨਾ ਇਹਨੇ ਇਸ ਵੇ ਨਾਲ ਡਿਫਲੈਕਟ ਹੋ ਕੇ ਨਿਕਲ ਜਾਣਾ। ਜਦੋਂ ਕੁਆਇਲ ਇਸ ਵੇ ਨਾਲ ਟਰਨ ਲੈ ਗਈ ਤੇ ਹੋਏਗਾ ਕਿ ਆ ਨੀਚੇ ਜਿਹੜਾ ਮੇਰੇ ਕੋਲ ਸਪਰਿੰਗ ਲੱਗਿਆ ਹੋਇਆ ਆ ਥੱਲੇ ਸਪਰਿੰਗ ਲੱਗਿਆ, ਤੇ ਜੇ ਪੰਜਾਬੀ ਚ ਕਹਾਂ ਜਦੋਂ ਆ ਕੁਆਇਲ ਡਿਫਲੈਕਟ ਨੇ ਇੱਥੇ ਲੱਗਾ ਸਪਰਿੰਗ ਜਿਹੜਾ ਵਾ
ਹਨਾ, ਉਹ ਮੁੜ ਜਾਣਾ, ਉਹ ਘੁੰਮ ਜਾਣਾ। ਹੁਣ ਸਪਰਿੰਗ ਦੀ ਨੈਚੁਰਲ ਟੈਂਡੈਂਸੀ ਆਪਣੇ ਆਪ ਨੂੰ ਇਕੁਇਲਿਬ੍ਰੀਅਮ ਚ ਰੱਖਣ ਲਈ ਆ। ਇਹਦਾ ਮਤਲਬ ਸਪਰਿੰਗ ਦੇ ਅੰਦਰ ਇੱਕ ਰੈਸਟੋਰਿੰਗ ਟਾਰਕ ਡਿਵੈਲਪ ਹੋਏਗਾ which will bring the coil back to the original। ਹੁਣ ਜੇ ਇਹ ਕੰਮ ਵਾਸਤੇ ਟੈਂਪਰੇਰੀ ਡਿਲੇ ਆਂਦਾ ਹੋਵੇ, ਹੈ ਨਾ, ਟੈਂਪਰੇਰੀ ਇਸ ਲਈ ਕਹਿ ਰਹੇ ਹਾਂ, ਬਾਰ-ਬਾਰ ਕਹਿ ਰਹੇ ਹਾਂ ਕਿਉਂਕਿ ਬੋਡੀ ਨੇ ਟਾਈਮ ਕੁਝ ਲੈਣਾ ਬਟ ਆਪਣੀ ਓਰੀਜਨਲ ਪੋਜੀਸ਼ਨ 'ਚ ਆ ਜਾਣਾ। ਪੁਆਇੰਟਰ 5 ਤੋਂ 0 ਤੇ ਆਏਗਾ, ਠੀਕ ਹੈ, ਬਟ ਕੁਝ ਟਾਈਮ ਲੈ ਰਿਹਾ। ਤੇ ਜੇ ਉਹ ਟਾਈਮ ਮੇਰੇ ਕੋਲ ਟਾਈਮ ਇੰਟਰਵਲ ਲਾਰਜ ਹੋਇਆ ਤੇ ਇਹਦਾ ਮਤਲਬ ਡਿਵਾਈਸ ਤੁਹਾਡੇ ਕੰਮ ਦਾ ਨਹੀਂ। ਇਹ ਮਤਲਬ ਇੱਕ ਰੀਡਿੰਗ ਲੈ ਕੇ ਬਹਿ ਜਾਓ, ਜਦੋਂ ਉਹ ਪੁਆਇੰਟਰ 0 ਤੇ ਆਏਗਾ ਦੈਨ ਵੀ ਟੇਕ ਦਾ ਕਿੰਨਾ ਜੀ ਅਨਦਰ ਰੀਡਿੰਗ। ਇਸ ਲਈ ਉਸ ਟੈਂਪਰੇਰੀ ਡਿਲੇ ਨੂੰ ਜੇ ਮੈਂ ਰਿਡਿਊਸ ਕਰਨਾ ਤੇ ਵੀ ਯੂਜ਼ ਸੱਚ ਏ ਮਟੀਰੀਅਲ, ਕਹਿੰਦਾ ਜੀ ਵਿਚ ਰਿਡਿਊਸ ਦੈਟ, ਕਹਿੰਦਾ ਜੀ ਇਲਾਸਟਿਕ ਆਫਟਰ ਇਫੈਕਟ। ਤੇ ਫਾਸਫੋਰ ਬ੍ਰੌਂਜ਼ ਮਟੀਰੀਅਲ ਜਾਂ ਕੁਆਰਟਜ਼ ਮਟੀਰੀਅਲ, ਠੀਕ ਹੈ, ਇਹ ਦੋਨੋਂ ਦੇ ਦੋਨੋਂ ਮਟੀਰੀਅਲ ਜਿਹੜੇ ਨੇ ਆ ਸਸਪੈਂਸ਼ਨ ਵਾਸਤੇ ਵੀ ਤੇ ਇਸ ਸਪਰਿੰਗ ਵਾਸਤੇ ਵੀ ਅਸੀਂ ਇਸ ਟਾਈਪ ਦੇ ਮਟੀਰੀਅਲ ਯੂਜ਼ ਕਰਦੇ ਆ ਜਿਹਦੇ ਅੰਦਰ ਇਲਾਸਟਿਕ ਆਫਟਰ ਇਫੈਕਟ ਜਿਹੜਾ ਉਹ ਨੈਗਲੀਜੀਬਲ ਹੋਵੇ। ਔਰ ਸੇਮ ਵਰਡ ਅਸੀਂ ਯੂਜ਼ ਕਰਦੇ ਕਿ ਜਿਹੜੀਆਂ ਬ੍ਰਿਜ ਦੀਆਂ ਸਸਪੈਂਸ਼ਨ ਵਾਇਰਸ ਨੇ ਉਹ ਵੀ ਕੁਝ ਇਸ ਟਾਈਪ ਦੇ ਮਟੀਰੀਅਲ ਦੀ ਬਣਾਵਾਂ ਤਾਂ ਕਿ ਜਦੋਂ ਸਟ੍ਰੈਸ ਪਈ ਔਰ ਜਦੋਂ ਹੀ ਸਟ੍ਰੈਸ ਖਤਮ ਹੋਈ, ਠੀਕ ਹੈ, ਸਟ੍ਰੈਸ ਦੇ ਖਤਮ ਹੁੰਦੇ ਸਾਰੀ ਉਹ ਜਿਹੜੀ ਡਿਫਾਰਮੇਸ਼ਨ ਆ ਵਾਇਰ ਦੇ ਅੰਦਰ ਉਹ ਖਤਮ ਹੋ ਜੇ ਤੇ ਵਾਇਰ ਸ਼ੁੱਡ ਰਿਟਰਨ ਟੂ ਦਾ ਕਹਿੰਦਾ ਜੀ ਓਰੀਜਨਲ। ਅਦਰਵਾਈਜ਼ ਜੇ ਇਹ ਐਸ ਸੱਚ ਮੇਰੇ ਕੋਲ ਪ੍ਰੋਸੈਸ ਕੰਟੀਨਿਊ ਰਿਹਾ ਤੇ ਇੱਕ ਲਿਮਿਟ ਤੋਂ ਬਾਅਦ ਜਾ ਕੇ ਮਟੀਰੀਅਲ ਦੇ ਅੰਦਰ ਇਲਾਸਟਿਕ ਫਟੀਗ ਆ ਜਾਂਦੀ ਹੈ। ਮੈਂ ਨਾਲ ਅਗਲੀ ਟਰਮ ਤੱਕ ਹੁਣ ਚੱਲਣ ਲੱਗਿਆ। ਇਲਾਸਟਿਕ ਆਫਟਰ ਇਫੈਕਟ ਦੇ ਅੰਦਰ ਬਾਡੀ 'ਚ ਟੈਂਪਰੇਰੀ ਡਿਲੇ ਆ, ਬਾਡੀ ਦੀ ਓਰੀਜਨਲ ਕਨਫੀਗਰੇਸ਼ਨ ਲੈਣ ਨੂੰ ਟਾਈਮ ਲੱਗਦਾ ਪਿਆ ਪਰ ਆਂਦੀ ਹੈਗੀ ਆ। ਪਰ ਜੇ ਇਹੀ ਪ੍ਰੋਸੈਸ ਕੰਟੀਨਿਊ ਰਿਹਾ ਤਾਂ ਅਸੀਂ ਡਿਫਾਈਨ ਕਰਦੇ ਕਿ ਜੇ ਇਲਾਸਟਿਕ ਫਟੀਗ ਬਾਡੀ ਦੇ ਅੰਦਰ ਬਿਲਟ ਅਪ ਹੋ ਗਈ ਤੇ ਫਟੀਗ ਇਜ਼ ਸਿਮਿਲਰ ਟੂ ਦੈਟ ਆਫ ਦਾ ਫਿਜ਼ੀਕਲ ਫਟੀਗ। ਜਿੱਦਾਂ ਸਾਨੂੰ ਕੰਮ ਕਰਦੇ ਹੋਏ ਫਟੀਗ ਹੋ ਗਈ, ਇਦਾਂ ਹੀ ਅਸੀਂ ਕਹਿੰਦੇ ਮਟੀਰੀਅਲ ਦੇ ਅੰਦਰ ਫਟੀਗ ਆ ਜਾਂਦੀ, ਡਿਊ ਟੂ ਵਿਚ behavior of the material become to be less elastic in nature। ਹੁਣ ਆਪਾਂ ਅੱਗੇ ਚੱਲ ਪਏ, ਇਲਾਸਟਿਕ ਆਫਟਰ ਇਫੈਕਟ ਦੇ ਅੰਦਰ ਬਾਡੀ ਆਪਣੀ ਓਰੀਜਨਲ ਕਨਫੀਗਰੇਸ਼ਨ ਲੈ ਰਹੀ ਆ ਪਰ ਇਲਾਸਟਿਕ ਫਟੀਗ ਜੇ ਬਾਡੀ 'ਚ ਬਿਲਟ ਅਪ ਹੁੰਦੀ ਪਈ ਆ ਤਾਂ ਅਸੀਂ ਕਹਿੰਦੇ ਜੀ ਉਸ ਮੂਵਮੈਂਟ ਤੇ ਬਾਡੀ ਦਾ ਬਿਹੇਵੀਅਰ ਜਿਹੜਾ ਵਾ ਉਹ ਅੱਗੇ ਨਾਲੋਂ ਲੈਸ ਇਲਾਸਟਿਕ ਹੁੰਦਾ ਜਾ ਰਿਹਾ, ਠੀਕ ਹੈ। ਇਹਦਾ ਮਤਲਬ ਉਹ ਆਪਣੀ ਓਰੀਜਨਲ ਕਨਫੀਗਰੇਸ਼ਨ ਨਹੀਂ ਲੈ ਪਾਏਗਾ, ਬਾਡੀ ਦੇ ਅੰਦਰ ਕੁਝ ਪਰਮਾਨੈਂਟ ਪਲਾਸਟਿਸਿਟੀ ਜਿਹੜੀ ਹੈਗੀ ਆ ਉਹ ਬਿਲਟ ਅਪ ਹੁੰਦੀ ਚਲੀ ਜਾਏਗੀ। ਔਰ ਜੇ ਉਹ ਪਲਾਸਟਿਕ ਰੇਂਜ ਬਾਡੀ ਦੇ ਅੰਦਰ ਲੌਂਗ ਨਹੀਂ ਹੋਈ, ਠੀਕ ਹੈ, ਇਹ ਲੌਂਗ ਪਲਾਸਟਿਕ ਰੇਂਜ ਕੱਲ ਵਾਲੇ ਵਰਡ ਤੋਂ ਬੋਲਦਾ ਪਿਆ ਬੇਟਾ ਕਿ ਜਦੋਂ ਗ੍ਰਾਫ ਪਲਾਟ ਕਰਦੇ ਹੋ ਤੁਸੀਂ ਕਹਿੰਦੇ ਜੀ ਗ੍ਰਾਫ ਦਾ ਕੁਝ ਪੋਰਸ਼ਨ ਮੇਰੇ ਕੋਲ ਇਸ ਵੇ ਨਾ ਬਣਦਾ। ਇਹਦਾ ਮਤਲਬ ਇੱਥੇ ਤੱਕ ਇਲਾਸਟਿਕ ਲਿਮਿਟ ਪੁਆਇੰਟ ਸੀ, ਠੀਕ ਹੈ, ਇੱਥੇ ਤੱਕ ਬਾਡੀ ਦੇ ਅੰਦਰ ਇਲਾਸਟਿਕ ਲਿਮਿਟ ਪੁਆਇੰਟ ਸੀ, ਆ ਇਲਾਸਟਿਕ ਲਿਮਿਟ ਔਰ ਆ ਬਾਡੀ ਦਾ ਸੀ ਕਿ ਅਸੀਂ ਜੀ ਬ੍ਰੇਕਿੰਗ ਪੁਆਇੰਟ ਆ। ਤੇ ਜੇ ਇਲਾਸਟਿਕ ਲਿਮਿਟ ਔਰ ਬ੍ਰੇਕਿੰਗ ਪੁਆਇੰਟ ਦੇ ਵਿੱਚ ਲੌਂਗ ਗੈਪ ਨਹੀਂ ਹੋਇਆ, ਇਲਾਸਟਿਕ ਲਿਮਿਟ ਤੋਂ ਬਾਹਰ ਨਿਕਲਦੇ ਸਾਰ ਨਾਲ ਹੀ ਬ੍ਰੇਕਿੰਗ ਪੁਆਇੰਟ ਹੋਇਆ ਤੇ ਬਾਡੀ ਦੇ ਲੈਸ ਇਲਾਸਟਿਕ ਬਿਹੇਵੀਅਰ ਕਰਕੇ ਉਹ ਵਾਇਰ ਮੇਰੀਆਂ ਟੁੱਟ ਜਾਣੀਆਂ, ਠੀਕ ਹੈ। ਇਹਦਾ ਮਤਲਬ ਮਟੀਰੀਅਲ ਮੇਰੇ ਕੋਲ ਜਿਹੜਾ ਮੇਰਾ ਵਾ ਉਹ ਐਸ ਸੱਚ ਕਹਿੰਦਾ ਜੀ ਬ੍ਰੇਕ ਹੋ ਜਾਏਗਾ। ਤੇ ਇਹਦਾ ਮਤਲਬ ਆ ਕਿ ਜੇ ਮੈਂ ਸਸਪੈਂਸ਼ਨ ਵਾਇਰ ਕੁਝ ਇਸ ਟਾਈਪ ਦੇ ਮਟੀਰੀਅਲ ਦੀ ਪ੍ਰੋਪਰਟੀ ਦਾ ਧਿਆਨ ਰੱਖ ਕੇ ਨਾ ਬਣਾਈ, ਠੀਕ ਹੈ, ਤੇ ਕੁਝ ਟਾਈਮ ਬਾਅਦ ਜਾ ਕੇ ਉਹ ਹੈਂਗਿੰਗ ਬ੍ਰਿਜ ਦੀਆਂ ਵਾਇਰ ਜਿਹੜੀਆਂ ਬ੍ਰੇਕ ਕਰ ਜਾਣਗੀਆਂ। ਜਾਂ ਮੈਂ ਜਿਹੜਾ ਐਸਐਚ ਸਸਪੈਂਸ਼ਨ ਜਿਹੜੀ ਬਣਾਈ ਆ ਹਨਾ ਉਹਦੇ ਨੀਚੇ ਜਿਹੜੇ ਆਇਰਨ ਗਾਰਡਰ ਦਿੱਤੇ ਹੋਏ ਆ ਮੈਂ, ਤੇ ਜੇ ਉਹ ਗਾਰਡਰਸ ਦੇ ਅੰਦਰ ਇਲਾਸਟਿਕ ਫਟੀਗ ਬੰਦੀ ਚਲੇ ਗਈ, ਠੀਕ ਹੈ, ਇਲਾਸਟਿਕ ਫਟੀਗ ਉਹਦੇ ਮਟੀਰੀਅਲ ਦੇ ਅੰਦਰ ਬਿਲਟ ਅਪ ਹੁੰਦੀ ਚਲੇਗੀ ਤੇ ਹੌਲੀ 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 ਉਹਦਾ ਬਿਹੇਵੀਅਰ ਲੈਸ ਇਲਾਸਟਿਕ ਦਾ ਮਤਲਬ ਇਹ ਹੋ ਗਿਆ ਆ ਸਾਰੀ ਰੇਂਜ ਨੂੰ ਉਹ ਕ੍ਰਾਸ ਕਰਦਾ ਪਿਆ। ਅਲਟੀਮੇਟ देयर मे बी ਅ ਚਾਂਸ ਕਿ ਕਿਸੇ ਇੱਕ ਟਾਈਮ ਤੇ ਜਾ ਕੇ ਉਹਨੇ ਸਟ੍ਰੈਸ ਜਿਹੜੀ ਆ ਉਹ ਅਲਟੀਮੇਟ ਸਟ੍ਰੈਸ ਤੋਂ ਵੱਧ ਜਾਵੇ, ਠੀਕ ਹੈ। ਜਦੋਂ ਇਦਾਂ ਦੀ ਕੋਈ ਕੰਡੀਸ਼ਨ ਆ ਗਈ ਤੇ ਅਸੀਂ ਕਹਿੰਦੇ ਜੀ ਵਾਇਰ ਦਾ ਬ੍ਰੇਕਿੰਗ ਪੁਆਇੰਟ ਜਿਹੜਾ ਉਹ ਬਿਲਟ ਅਪ ਹੋ ਜਾਣਾ। ਇਹਦਾ ਮਤਲਬ ਪੁੱਤ ਜਿੰਨੇ ਵੀ ਇੰਜੀਨੀਅਰਿੰਗ ਮਟੀਰੀਅਲਸ ਨੇ ਉਹਨਾਂ ਦੇ ਅੰਦਰ ਅਸੀਂ ਐਸ ਸੱਚ ਮਟੀਰੀਅਲ ਦਾ ਯੰਗ ਮੋਡੂਲਸ ਕਿੰਨਾ ਰੱਖਣਾ, ਮਟੀਰੀਅਲ ਦੇ ਅੰਦਰ ਉਹਦਾ ਇਲਾਸਟਿਕ ਆਫਟਰ ਇਫੈਕਟ ਕਿੰਨਾ ਆਂਦਾ ਵਾ, ਮਟੀਰੀਅਲ ਦੇ ਇਲਾਸਟਿਕ ਫਟੀਗ ਕਿੰਨੀ ਬਣਦੀ ਆ, ਇਹ ਸਾਰੇ ਦੇ ਸਾਰੇ ਫੈਕਟਰ ਜਿਹੜੇ ਨੇ ਉਹ ਅਸੀਂ ਸਟੱਡੀ ਕਰਦੇ ਆ। ਕਿਆ ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. Yes, sir. ਜੇ ਬੁੱਕ ਦੇ ਅਕੋਰਡਿੰਗਲੀ ਚੱਲਾ ਤੇ ਉੱਥੇ ਸਿਰਫ ਦੋ ਟਰਮਸ ਨੇ ਬੇਟਾ, ਇਲਾਸਟਿਕ ਆਫਟਰ ਇਫੈਕਟ ਦਾ ਟੈਂਪਰੇਰੀ ਡਿਲੇ ਇਨ ਰੀਗੇਨਿੰਗ ਦਾ ओरिजिनल ਕਨਫੀਗਰੇਸ਼ਨ ਆਫਟਰ ਦਾ ਰਿਮੂਵਲ ਆਫ ਡਿਫਾਰਮਿੰਗ ਫੋਰਸ। ਖਤਮ ਹੋਈ ਕਹਾਣੀ। ਇਲਾਸਟਿਕ ਫਟੀਗ ਇਦਾਂ ਹੀ ਉਹਨੇ ਇੱਕ ਐਗਜ਼ਾਮਪਲ ਦਿੱਤੀ, ਉਹ ਕਹਿੰਦਾ ਜੀ ਦੋ ਮੈਟਲ ਡਿਸਕ ਲੈ ਲਓ, ਹੋਰ ਇੱਕ ਐਗਜ਼ਾਮਪਲ ਦੇ ਰਿਹਾ, ਉਹ ਕਹਿੰਦਾ ਦੋ ਮੈਟਲ ਡਿਸਕ ਲੈ ਲਓ,
ठीक है, उन्होंने 2 वायर ना सस्पेंड कर दियो, एक उन्हां चों मैटल डिस्क रोज असीं 10 वारी 20 वारी 30 वारी घुमाई चलीए, ठीक है, दूजे नूं असीं हत्थ भी नहीं लाया। थोड़े दिनों बाद जाके जे मैं ऐसा च दोनों दी दोनों डिस्क जड़ियां वा हुण इकट्ठियां रोटेट करके देखा ते क्या ऑब्जर्वेशन होएगी, जेड़ी डिस्क मैं बार बार यूज करता गया है ना, ओदी जेड़ी वायर हैगी आ है ना, ओदे अंदर मेरे कोल इलास्टिक फटीग आ जानी, मतलब वो बार बार ਆਪਾਂ ਵਰਤਨ ਕਰਕੇ ਉਹ ਵਾਇਰ ਦੇ ਅੰਦਰ ਮੇਰੇ ਕੋਲ ਜਿੱਦਾਂ ਫਿਜ਼ੀਕਲ ਫਟੀਗ ਆਉਂਦੀ ਆ, ਠੀਕ ਹੈ, ਬੰਦਾ ਕੰਮ ਕਰਦਾ ਰਵੇ ਉਹ ਚ ਅਸੀਂ ਕਹਿੰਦੇ ਫਟੀਗ ਆ ਗਈ, ਇਦਾਂ ਹੀ ਅਸੀਂ ਮੰਨਦੇ ਉਸ ਮਟੀਰੀਅਲ ਦੇ ਅੰਦਰ ਫਟੀਗ ਬਿਲਟ ਅਪ ਹੋ ਜਾਂਦੀ, ਤੇ ਜਿਹਦੇ ਕਰਕੇ ਕੀ ਹੋਏਗਾ ਜੇ ਮੈਂ ਉਹਨੂੰ ਕੁਝ ਟਾਈਮ ਬਾਅਦ ਜਾ ਕੇ ਦੋਨਾਂ ਨੂੰ ਇਕੱਠੀਆਂ ਨੂੰ ਘੁਮਾ ਕੇ ਛੱਡਾਂ ਤੇ ਮੈਂ ਆਬਜ਼ਰਵ ਕਰਾਂਗਾ ਕਿ ਦੋਨੋਂ ਸੇਮ ਟਾਈਮ ਤੇ ਵਾਪਸ ਨਹੀਂ ਆਉਂਦੀਆਂ, ਇੱਕੋ ਟਾਈਮ ਤੇ ਵਾਪਸ ਨਹੀਂ ਆਉਂਦੀਆਂ ਦੋਨੋਂ, ਠੀਕ ਹੈ, ਜਿਹੜੀ ਮੇਰੇ ਕੋਲ ਫਰੈਸ਼ ਸੀਗੀ, ठीक है, दैट रिटर्न टू द ओरिजिनल कहता जी ਉਹਦੇ ਇਲਾਸਟਿਕ ਬਿਹੇਵੀਅਰ ਉਹਦਾ ਕੰਪਲੀਟ ਹਜੇ ਹੈਗਾ ਵਾ, ਇਸ ਲਈ ਉਹ ਆਪਣੀ ओरिजिनल ਕੰਡੀਸ਼ਨ 'ਚ ਇਮੀਡੀਏਟ ਆ ਗਈ, ਜਦ ਕਿ ਦੂਜੀ ਜਿਹੜੀ ਆ ਹਨਾ that take a long time, ਉਹ 'ਚ ਇਲਾਸਟਿਕ ਆਫਟਰ ਇਫੈਕਟ ਵੀ ਬਣਿਆ ਔਰ ਹੌਲੀ ਹੌਲੀ ਉਹ 'ਚ ਇਲਾਸਟਿਕ ਫਟੀਗ ਵੀ ਬਿਲਡ ਅਪ ਹੋ ਜਾਏਗੀ। ਇਸ ਲਈ ਜਦੋਂ ਇਹ ਮਟੀਰੀਅਲ ਯੂਜ਼ ਕਰਨੇ, ਮੈਂ ਇੱਕ ਹੋਰ ਐਗਜ਼ਾਮਪਲ ਚਲੋ ਦਿੰਦਾ, ਆਪਾਂ ਕੋਈ ਕਹਿੰਦਾ ਜੀ ਮੰਨ ਲਓ ਕ੍ਰੇਨ ਆ ਯੂਜ਼ ਕਰਦੇ ਪਏ, ਠੀਕ ਹੈ, ਕੋਈ ਮਕੈਨੀਕਲ ਕ੍ਰੇਨ ਆ ਜਿਹੜੀ ਕਿਸੇ ਲੋਡ ਨੂੰ ਲਿਫਟ ਕਰਨ ਲਈ ਮੈਂ ਯੂਜ਼ ਕਰਦਾ ਪਿਆ, ਜੇ ਮੈਨੂੰ ਐਸਾ ਚ ਇਹ ਨਹੀਂ ਪਤਾ ਉਸ ਮਟੀਰੀਅਲ ਦੇ ਅੰਦਰ ਇਲਾਸਟਿਕ ਫਟੀਗ ਦਾ ਕੋਈ ਕਨਸੈਪਟ ਵੀ ਆਂਦਾ, ਮੈਂ ਉਸ ਕ੍ਰੇਨ ਦੇ ਨਾਲ ਜਿੰਨਾ ਕੁ ਉਹਦਾ ਮੈਕਸਿਮਮ ਲੋਡ ਉਹ ਲਿਫਟ ਕਰ ਸਕਦੀ, ਜਦੋਂ ਉਹਨਾਂ ਲੋਡ ਮੈਂ ਉਹਦੇ ਨਾਲ ਲਿਫਟ ਕਰਨ ਲਈ ਕਿਤੇ ਉਹਨੂੰ ਲੈ ਕੇ ਗਿਆ ਤੇ ਜਿੱਦਾਂ ਹੀ ਮੈਂ ਉਹਨੂੰ ਬੱਸ ਚੁੱਕਣ ਲਈ ਉਹਨੂੰ ਥੱਲੇ ਨੂੰ ਕ੍ਰੇਨ ਨੂੰ ਫਿੱਟ ਕੀਤਾ, ਠੀਕ ਹੈ ਜੀ, ਆਪਣੀ ਨੋਜ਼ ਜਿਹੜੀ ਉਹਦੀ ਹੋਏਗੀ ਉਹਦੇ ਨਾਲ ਮੈਂ ਲਿਫਟ ਅਪ ਕਰ ਲਿਆ, ਜਦੋਂ ਮੈਂ ਲਿਫਟ ਅਪ ਕੀਤਾ ਤਾਂ ਕਰਦੇ ਸਾਰੀ ਉਹ ਤਾਰ ਟੁੱਟ ਗਈ, ਠੀਕ ਹੈ, ਮੰਨ ਲਓ ਉਹ 1000 ਕਿਲੋ ਦਾ ਲੋਡ ਲਿਫਟ ਕਰ ਸਕਦੀ ਸੀਗੀ ਤੇ ਮੈਂ 700 ਕਿਲੋਗ੍ਰਾਮ ਹੀ ਹਜੇ ਲੋਡ ਪਾਇਆ ਸੀ, ਠੀਕ ਹੈ ਜੀ, ਤੇ ਉਹ ਵਾਇਰ ਟੁੱਟ ਗਈ, ਕਹਿੰਦਾ ਜੀ ਮੈਂ ਕਿਹਾ ਵੇਦਾ ਕਿਉਂ, ਕਹਿੰਦਾ ਯਾਰ ਤਾਰ ਬਹੁਤ ਵਾਰੀ ਵਰਤੀ ਹੋਈ ਸੀ, ਇਹ ਤਾਰ ਹੁਣ ਖਰਾਬ ਹੋ ਗਈ। ਉਹਦਾ ਮਤਲਬ ਇਹ ਆ ਕਿ ਜਦੋਂ ਮੈਂ ਉਹ ਮਟੀਰੀਅਲ ਜਿਹੜਾ 1000 ਕਿਲੋਗ੍ਰਾਮ ਤੱਕ ਦਾ ਲੋਡ ਲਿਫਟ ਕਰ ਸਕਦਾ ਸੀ ਤੇ ਅਸੀਂ 700 ਕਿਲੋਗ੍ਰਾਮ ਹੀ ਹਜੇ ਪਾਇਆ ਤਾਂ ਵਾਇਰ ਬ੍ਰੇਕ ਕਰ ਗਈ, ਇਹਦਾ ਮਤਲਬ ਆ ਉਸ ਵੇਲੇ ਤੱਕ ਜਦੋਂ ਬਾਰ-ਬਾਰ ਮੈਂ ਉਹ ਵਾਇਰ ਯੂਜ਼ ਕੀਤੀ ਹੋਈ ਸੀਗੀ, ਠੀਕ ਹੈ, ਤੇ ਉਸ ਸਾਰੇ ਪ੍ਰੋਸੈਸ ਦੇ ਅੰਦਰ ਉਸ ਮਟੀਰੀਅਲ ਦੇ ਅੰਦਰ ਇਲਾਸਟਿਕ ਫਟੀਗ ਜਿਹੜੀ ਆ ਉਹ ਟਾਈਮ ਨਾਲ ਬਿਲਟ ਅਪ ਹੋ ਗਈ ਹੈ, ਤੇ ਜਦੋਂ ਚ ਇਲਾਸਟਿਕ ਫਟੀਗ ਬਿਲਟ ਅਪ ਹੋ ਗਈ, ਹੁਣ ਅਚਾਨਕ ਉਹ ਪੁਆਇੰਟ ਆ ਗਿਆ ਜਿੱਦੇ ਮੈਂ ਚੁੱਕਣ ਲੱਗਿਆ ਉੱਤੇ ਸਟ੍ਰੈਸ ਜਿਹੜੀ ਆ ਹਨਾ ਉਹ ਬ੍ਰੇਕਿੰਗ ਪੁਆਇੰਟ ਦਾ ਕਨਸੈਪਟ ਬਣਾ ਗਈ, ਯਾਨੀ ਉਸ ਦੇ ਅੰਦਰ ਸਟ੍ਰੈਸ ਜਿਹੜੀ ਆ ਉਹ ਬ੍ਰੇਕਿੰਗ ਪੁਆਇੰਟ ਦੇ ਇਕੁਇਵਲੈਂਟ ਬਣ ਗਈ, ਤੇ ਉਹਨੇ ਐਸਾ ਕੀ ਕੀਤਾ ਉਹ ਵਾਇਰ ਜਿਹੜੀ ਮੇਰੀ ਉਹ ਬ੍ਰੇਕ ਕਰ ਦੇਣੀ ਆ। ਇਹਦਾ ਮਤਲਬ ਜੇ ਉਹ ਤਾਰ ਟੁੱਟੀ ਆ ਤੇ ਤਾਰ ਟੁੱਟੀ ਐਸ ਸੱਚ ਨਹੀਂ, ਠੀਕ ਹੈ, ਕਿਉਂਕਿ ਲੋਡ ਤੇ ਜਿੰਨਾ ਚੁੱਕਣਾ ਸੀਗਾ ਉਹਨੇ ਅਸੀਂ ਉਸ ਤੋਂ ਘੱਟ ਪਾਇਆ ਸੀ, ਬਟ ਜੇ ਫੇਰ ਵੀ ਉਹ ਵਾਇਰ ਬ੍ਰੇਕ ਕੀਤੀ ਆ ਤੇ ਇਹਦਾ ਮਤਲਬ ਉਸ ਵਾਇਰ ਦੇ ਅੰਦਰ ਐਸ ਸੱਚ ਪਰਮਾਨੈਂਟ ਡਿਫਾਰਮੇਸ਼ਨ ਜਿਹੜੀਆਂ ਨੇ ਉਹ ਸੈੱਟ ਹੋ ਚੁੱਕੀਆਂ, ਠੀਕ ਹੈ, ਔਰ ਪਰਮਾਨੈਂਟ ਡਿਫਾਰਮੇਸ਼ਨ ਸੈੱਟ ਹੋਣ ਦਾ ਮਤਲਬ ਆ ਕਿ ਉਸ ਵਾਇਰ ਦੇ ਅੰਦਰ ਪਰਮਾਨੈਂਟ ਸਟ੍ਰੇਨ ਬਣੀ ਹੋਈ ਆ ਔਰ ਸਟ੍ਰੈਸ ਲਗਾ ਨਹੀਂ ਰਹੇ, ਸਟ੍ਰੇਨ ਉਹ ਚ ਆ ਚੁੱਕੀ ਆ, ਠੀਕ ਹੈ, ਇਸ ਲਈ ਜਿੱਦਾਂ ਹੀ ਥੋੜੀ ਜਿਹੀ ਵੀ ਸਟ੍ਰੈਸ ਅਸੀਂ ਉਹਦੀ ਵੇਰੀ ਕੀਤੀ ਤੇ ਉਹ ਵਾਇਰ ਦਾ ਬ੍ਰੇਕਿੰਗ ਪੁਆਇੰਟ ਜਿਹੜਾ ਆ ਜਾਏਗਾ ਔਰ ਉਹ ਵਾਇਰ ਨੂੰ ਮੇਰੇ ਕੋਲ ਬ੍ਰੇਕ ਕਰ ਦੇਗਾ। ਇੰਨੀ ਗੱਲ ਸਮਝ ਲੱਗੀ? Yes, sir. Yes, Yes, sir. sir. ਓਏ ਸੌਂ ਤਾਂ ਨਹੀਂ ਗਏ? ਚਲੋ ਇਲਾਸਟਿਕ ਫਟੀਗ ਕੀ ਦੱਸਿਆ ਆਪਾਂ ਕੀ ਹੁੰਦੀ ਆ? Sir, body deforming forces continuously ਲੱਗਦੀਆਂ ਰਹਿਣਾ ਹੈ ਤੇ ਉਹਦੀ elastic capacity elasticity ਚਲ ਕੋਈ ਹੋਰ ਬੋਲੋ। ਬੇਟੇ ਇਦਾਂ ਨਹੀਂ ਪੁੱਤ, ਜੇ ਕਰਾਇਆ ਵਾ ਤੇ ਮੈਨੂੰ ਰਿਸਪੌਂਸ ਵੀ ਚਾਹੀਦਾ ਵਾ। ਮੈਂ ਤੁਹਾਨੂੰ ਇੰਨੀ ਗੱਲ ਕਹੀ ਕਿ ਵੀ ਬੁੱਕ ਦੇ ਹਿਸਾਬ ਨਾਲ ਚੱਲੀਏ ਤੇ ਕਲਾਸ ਦੇ ਹਿਸਾਬ ਨਾਲ ਚੱਲੀਏ, ਉਹਨਾਂ ਨੇ 1 ਮਿੰਟ ਵੀ ਜ਼ਿਆਦਾ ਹੋਏਗਾ ਦੋਨਾਂ ਟਰਮ ਨੂੰ ਐਕਸਪਲੇਨ ਕਰਨ ਲਈ, ਤੇ ਮੈਂ 40 ਮਿੰਟ ਲਾਏ ਆ। ਇਲਾਸਟਿਕ ਫਟੀਗ ਕੀ ਹੋਏਗੀ? ਸਰ ਜਦੋਂ ਰਿਪੀਟਡ ਆਲਟਰਨੇਟਿਵ ਡਿਫਾਰਮਿੰਗ ਫੋਰਸਸ ਲੱਗੂਗੀਆਂ ਤਾਂ ਉਹਦੀ ਇਲਾਸਟਿਸਿਟੀ ਲੈਸ ਹੋ ਜਾਊਗੀ। ਬਿਲਕੁਲ, ਜਦੋਂ ਉਹਦੇ ਤੇ ਰਿਪੀਟਡ ਅਸੀਂ ਅਲਟਰਨੇਟਿੰਗ ਡਿਫਾਰਮਿੰਗ ਫੋਰਸ ਅਪਲਾਈ ਕਰਾਂਗੇ ਤੇ ਬਾਡੀ ਦਾ ਬਿਹੇਵੀਅਰ ਲੈਸ ਇਲਾਸਟਿਸਿਟੀ ਸ਼ੋ ਆਫ ਕਰੇ, ਮਤਲਬ ਉਹ ਚ ਪਲਾਸਟਿਕ ਰੇਂਜ ਆਣੀ ਸ਼ੁਰੂ ਹੋ ਜਾਵੇ, ਤਾਂ ਅਸੀਂ ਕਹਿੰਦੇ ਜੀ ਉਸ ਇਨਸਟੈਂਟ ਦੇ ਉੱਤੇ ਬਾਡੀ ਚ ਅਸੀਂ ਡਿਫਾਈਨ ਕਰਦੇ ਇਲਾਸਟਿਕ ਫਟੀਗ ਆ ਗਈ। ਇਹਨਾਂ ਕਲੀਅਰ ਆ? Yes, Yes, sir. ਇਹਦੇ ਨਾਲ ਹੀ ਆਪਾਂ ਅਗਲਾ ਇੱਕ ਟੌਪਿਕ ਬਣਾ ਰਹੇ ਹਾਂ, ਠੀਕ ਹੈ, ਇੱਕ ਟੌਪਿਕ ਵਿੱਚੋਂ ਹਜੇ ਸਕਿਪ ਕਰ ਰਹੇ ਹਾਂ, ਬਾਅਦ ਚੋਂ ਉਹਨੂੰ ਕੱਲ ਨੂੰ ਸ਼ੁਰੂ ਕਰਾਂਗਾ। ਆਪਾਂ ਟੌਪਿਕ ਜਿਹੜਾ ਲੈ ਰਹੇ ਉਹ ਹੈਗਾ ਜੀ ਮੇਰੇ ਕੋਲ ਐਸ ਸੱਚ
पॉइजन रेशो, दो टर्म्स ने छोटियां छोटियां, वो भी नाल पहलो खत्म कर दिए। पॉइजन रेशो ਉਹਨੇ ਇੱਕ ਟਰਮ ਡਿਫਾਈਨ ਕੀਤੀ ਹੈ। ਪॉइजन रेशो ਕਿਹਨੂੰ ਕਹਿ ਦਵਾਂ? ਉਹ ਕਹਿੰਦਾ ਪੁੱਤ ਜਦੋਂ ਕਿਸੇ ਵਾਇਰ ਦੇ ਉੱਤੇ ਤੁਸੀਂ ਸਟ੍ਰੈਸ ਅਪਲਾਈ ਕਰਦੇ ਪਏ, ਸਿਲੈਂਡਰੀਕਲ ਕੋਈ ਵਾਇਰ ਹੋਵੇ ਮੇਰੇ ਕੋਲ, ਉਹਦੇ ਤੇ ਮੈਂ ਜਦੋਂ ਸਟ੍ਰੈਸ ਅਪਲਾਈ ਕਰਾਂਗਾ ਤਾਂ ਅਸੀਂ ਕਹਿੰਦੇ ਜੀ ਵਾਇਰ 'ਚ ਸਟ੍ਰੇਨ ਬਿਲਟ ਅਪ ਹੋਈ ਹੈ। ਉਹ ਕਹਿੰਦਾ ਜਿਹੜੀ ਸਟ੍ਰੇਨ ਵਾਇਰ 'ਚ ਬਿਲਟ ਅਪ ਹੋਈ ਅਸੀਂ ਦੋ ਤਰ੍ਹਾਂ ਦੀ ਕੰਸੀਡਰ ਕਰਾਂਗੇ। ਨੰਬਰ 1, ਜਦੋਂ ਉਹਦੀ ਲੈਂਥ ਮੇਰੇ ਕੋਲ ਇਨਕਰੀਜ਼ ਹੋ ਰਹੀ ਤੇ ਵਾਇਰ ਦਾ ਕ੍ਰਾਸ ਸੈਕਸ਼ਨਲ ਏਰੀਆ ਜਿਹੜਾ ਉਹ ਡਿਕਰੀਜ਼ ਹੋ ਰਿਹਾ। ਪੰਜਾਬੀ 'ਚ ਕਹਾਂ ਤਾਂ ਇਦਾਂ ਕਹਿ ਦਾਂਗਾ, ਜਦੋਂ ਤਾਰ ਨੂੰ ਖਿੱਚਾਂਗਾ, ਠੀਕ ਹੈ, ਤੇ ਜਿਹੜੀ ਮੇਰੀ ਮੋਟੀ ਤਾਰ ਸੀਗੀ ਉਹ ਤਾਰ ਮੇਰੀ ਨਾਲੋਂ ਨਾਲ ਪਤਲੀ ਵੀ ਹੋ ਰਹੀ ਹੈ, ਜੇ ਲੰਬੀ ਹੋ ਰਹੀ ਹੈ ਤੇ ਪਤਲੀ ਵੀ ਹੋ ਰਹੀ ਹੈ। ਇਹਦਾ ਮਤਲਬ ਆ ਉਸ ਵਾਇਰ ਦਾ ਐਸ ਸੱਚ ਜਦੋਂ ਲੈਂਥ ਇਨਕਰੀਜ਼ ਹੋਏਗੀ ਤੇ ਵਾਇਰ ਦਾ ਰੇਡੀਅਸ ਜਿਹੜਾ ਵਾ ਉਹ ਡਿਕਰੀਜ਼ ਹੋਏਗਾ। ਤੇ ਜੇ ਮੈਂ ਉਹਨੂੰ ਕੰਪਰੈਸ ਕਰਦਾ ਹੋਵਾਂ ਤੇ ਮੈਂ ਕਿਹਾ ਜੀ ਉਹ ਵਾਇਰ ਦਾ ਉਸ ਮੂਮੈਂਟ ਤੇ ਲੈਂਥ ਮੇਰੀ ਡਿਕਰੀਜ਼ ਹੋ ਰਹੀ ਤੇ ਅਸੀਂ ਕਹਿੰਦੇ ਰੇਡੀਅਸ ਉਹਦਾ ਇਨਕਰੀਜ਼ ਹੋ ਰਿਹਾ। ਇਹ ਦੋ ਟਾਈਪ ਦੀ ਅਸੀਂ ਕੰਸੀਡਰ ਕਰਦੇ ਆ। ਵਾਇਰ 'ਚ ਸਟ੍ਰੇਨ ਬਿਲਟ ਅਪ ਹੋਏਗੀ ਜਦੋਂ ਵਾਇਰ ਤੇ ਅਸੀਂ ਨਾਰਮਲ ਸਟ੍ਰੈਸ ਅਪਲਾਈ ਕੀਤੀ। ਆਪਾਂ ਜਿਹੜੀ ਜੇ ਆ ਵਾਇਰ ਗਿਵਨ ਆ, ਜਿਵੇਂ ਕੋਲ ਕੋਈ ਵਾਇਰ ਗਿਵਨ ਆ, ਇਸ ਵਾਇਰ ਤੇ ਜੇ ਮੈਂ ਐਸ ਸੱਚ ਨਾਰਮਲ ਸਟ੍ਰੈਸ ਅਪਲਾਈ ਕਰਾਂ ਤਾਂ ਅਸੀਂ ਕਹਿੰਦੇ ਕਿ ਐਸ ਸੱਚ ਹੋਏਗਾ ਕਿ ਇਹਦੀ ਲੈਂਥ ਅੱਗੇ ਨਾਲੋਂ ਵਧੂਗੀ, ਇਹਦੀ ਲੈਂਥ ਅੱਗੇ ਨਾਲੋਂ ਇਨਕਰੀਜ਼ ਹੋਏਗੀ, ਪਰ ਨਾਲੋਂ ਨਾਲ ਇਸ ਵਾਇਰ ਦਾ ਜਿਹੜਾ ਰੇਡੀਅਸ ਆ ਉਹ ਮੇਰੇ ਕੋਲ ਮੰਨ ਲਓ ਡਿਕਰੀਜ਼ ਹੋਵੇ। ਤੇ ਫਿਰ ਅਸੀਂ ਦੋ ਤਰ੍ਹਾਂ ਦੀ ਸਟ੍ਰੇਨ ਡਿਫਾਈਨ ਕਰਦੇ ਆ। ਇੱਕ ਸਟ੍ਰੇਨ ਨੂੰ ਨਾਮ ਦਵਾਂਗਾ ਲੇਟਰਲ ਸਟ੍ਰੇਨ, ਇੱਕ ਸਟ੍ਰੇਨ ਆ ਜਾਏਗੀ ਲੇਟਰਲ ਸਟ੍ਰੇਨ, और एक स्ट्रेन आ जाएगी तो आपको जिन्हों नाम देने लॉन्गिट्यूडनल स्ट्रेन। ठीक है, लेटरल ते लॉन्गिट्यूडनल। लॉन्गिट्यूडनल ऑलरेडी ਆਪਾਂ ਪੜ੍ਹੀ ਆ, रेशियो ऑफ चेंज इन लेंथ टू दैट ऑफ द ओरिजिनल लेंथ। लेटरल स्ट्रेन ਅਸੀਂ ਕਹਿੰਦੇ ਜੀ ਉਦੋਂ ਬਿਲਟ ਅਪ ਹੋਏਗੀ ਜਦੋਂ ਰੇਡੀਅਸ ਨਾਲ ਨਾਲ ਚੇਂਜ ਆਏਗੀ। ਜੇ ਮੇਰੇ ਕੋਲ ਆਪਾਂ ਕੰਸੀਡਰ ਕਰਦੇ ਲੌਂਗ ਥਿਨ ਵਾਇਰ ਆ ਤੇ ਪੁੱਤ ਲੌਂਗ ਥਿਨ ਵਾਇਰ ਦੇ ਅੰਦਰ ਅਸੀਂ ਲੌਂਗੀਟਿਊਡਨਲ ਸਟ੍ਰੇਨ ਲੈ ਲੈਨੇ, ਲੇਟਰਲ ਅਸੀਂ ਜਿਹੜੀ ਨੈਗਲੀਜੀਬਲ ਲੈਨੇ। ਪਰ ਜੇ ਮੇਰੇ ਕੋਲ ਵਾਇਰ ਇੱਕ ਫਾਈਨਾਈਟ ਕ੍ਰਾਸ ਸੈਕਸ਼ਨਲ ਏਰੀਆ ਵਾਲੀ ਵਾਇਰ ਹੋਏਗੀ ਤੇ ਉਹਦੇ ਅੰਦਰ ਫਿਰ ਲੌਂਗੀਟਿਊਡਨਲ ਦੇ ਨਾਲ ਨਾਲ ਲੇਟਰਲ ਸਟ੍ਰੇਨ ਵੀ ਬਿਲਟ ਅਪ ਹੋਏਗੀ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. So when this lateral strain that is to be given by change in radius per unit ਕਹਿੰਦਾ ਜੀ original radius। ਇੰਨਾ ਕਲੀਅਰ ਆ? Yes, sir. ਚਲ ਸੋ ਪॉइजन ਰੇਸ਼ੋ ਅਸੀਂ ਡਿਫਾਈਨ ਕਰ ਦਿੰਦੇ, ਕਹਿੰਦਾ ਜੀ ਇਟ ਇਜ਼ ਦ ਰੇਸ਼ੋ ਆਫ ਲੇਟਰਲ ਸਟ੍ਰੇਨ। ਟਰਮ ਦੋਨੋਂ ਤੁਹਾਨੂੰ ਐਕਸਪਲੇਨਡ ਆ। ਉਸ ਤੋਂ ਬਾਅਦ ਉਹਦੀ ਰੇਸ਼ੋ ਆ, ਰੇਸ਼ੋ ਆਫ ਲੇਟਰਲ ਸਟ੍ਰੇਨ ਟੂ ਦੈਟ ਆਫ ਦ ਲੌਂਗੀਟਿਊਡਨਲ ਸਟ੍ਰੇਨ, यानी एस सच में कुल माइनस डेल्टा आर बाय आर ओवर डेल्टा एल बाय एल। माइनस क्यों आप साइन लेके चलें? सर क्योंकि रेडियस डिक्रीज है। बिल्कुल, ਜਦੋਂ ਲੈਂਥ ਇਨਕਰੀਜ਼ ਹੋਏਗੀ, ਲੈਂਥ ਦੀ ਇਨਕਰੀਜ਼ ਪੋਜ਼ਿਟਿਵ ਚ ਆ ਤਾਂ ਰੇਡੀਅਸ ਦੀ ਕਹਿੰਦਾ ਜੀ ਮੇਰੇ ਕੋਲ ਉਸ ਵੇਲੇ ਵੈਲਿਊ ਡਿਕਰੀਜ਼ ਆ, ਯਾਨੀ ਡਿਕਰੀਜ਼ ਇਨ ਵਨ ਐਂਡ ਇਨਕਰੀਜ਼ ਇਨ ਅਦਰ। ਉਸ ਚੀਜ਼ ਵਾਸਤੇ ਆਪਾਂ ਨੈਗੇਟਿਵ ਸਾਈਨ ਨਾਲ ਇੰਟਰੋਡਿਊਸ ਕਰਦੇ ਪਏ। ਇੰਨੀ ਗੱਲ ਕਲੀਅਰ ਹੈ ਜੀ? Yes. Yes, ਚਲੋ ਇੱਕ ਇਹ ਟਰਮ ਆਪਣੇ ਕੋਲ ਹੈਗੀ ਬੇਟਾ। ਇੱਕ ਛੋਟਾ ਜਿਹਾ ਟੌਪਿਕ ਇਹਦੇ ਨਾਲ ਹੋਰ ਆਪਣੇ ਕੋਲ ਹੈਗਾ, ਇਹਦੇ ਨਾਲ ਹੀ ਲਿੰਕ ਕਰ ਲਾਂਗੇ, ਇਲਾਸਟਿਕ ਪੋਟੈਂਸ਼ੀਅਲ એનર્ਜੀ ਇਨ ਅ ਸਟ੍ਰੈਚਡ ਵਾਇਰ। ਟੌਪਿਕ ਦਾ ਨਾਮ ਲਿਖਿਆ ਤੇ ਆਪਣੇ ਕੋਲ ਆ ਜਾਏਗਾ ਇਲਾਸਟਿਕ ਪੋਟੈਂਸ਼ੀਅਲ એનર્ਜੀ, ਇਲਾਸਟਿਕ ਪੋਟੈਂਸ਼ੀਅਲ એનર્ਜੀ ਇਨ ਅ ਸਟ੍ਰੈਚਡ ਵਾਇਰ। ਠੀਕ ਹੈ, ਇਹਨੂੰ ਦੋ ਮੈਥਡ ਨਾਲ ਕਰ ਸਕਦੇ, ਇੱਕ ਕੈਲਕੂਲਸ ਮੈਥਡ ਨਾਲ ਵੀ ਡੈਰੀਵੇਸ਼ਨ ਆ, ਠੀਕ ਹੈ, ਇੱਕ ਆਪਣੇ ਕੋਲ ਸਿੰਪਲ ਨਾ। ਆਪਾਂ ਆਪਣੇ ਜਿਹੜਾ ਆਣਾ ਉਹ ਆਪਣਾ ਸਿੰਪਲ ਮੈਥਡ ਹੀ ਆ। ਆਪਾਂ ਡਿਫਾਈਨ ਕਰਦੇ ਹਾਂ ਕਿ ਵੀ ਜਦੋਂ ਵਾਇਰ ਨੂੰ ਤੁਸੀਂ ਸਟ੍ਰੈਚ ਕਰਦੇ ਪਏ ਤੇ ਇਹਦਾ ਮਤਲਬ ਉਹਦਾ ਇੰਟਰ ਮੋਲੀਕੂਲਰ ਗੈਪ ਜਿਹੜੇ ਆ ਉਹ ਚੇਂਜ ਕਰਾਣੇ ਪਏ, ਤੇ ਜੇ ਉਹਨੂੰ ਮੈਂ ਚੇਂਜ ਕਰਾ ਰਿਹਾ ਔਰ ਉਸ ਕੰਮ ਨੂੰ ਕਰਨ ਲਈ ਮੈਨੂੰ ਕੁਝ ਫੋਰਸ ਲਗਾਣੀ ਪੈ ਰਹੀ ਹੈ, ਕਿਉਂਕਿ ਵਾਇਰ ਦੇ ਮੋਲੀਕਿਊਲ ਦੇ ਅੰਦਰ ਰਿਸਟੋਰਿੰਗ ਫੋਰਸ ਬਿਲਡ ਅਪ ਹੋਏਗੀ। ਉਹ ਤੇ ਸਪਰਿੰਗ ਆ, ਸਪਰਿੰਗ ਨੂੰ ਜਦੋਂ ਮੈਂ ਸਟ੍ਰੈਚ ਕਰਾਂਗਾ, ਸਪਰਿੰਗ ਚ ਕਿਹੜੀ ਫਾਰਮ ਚ એનર્ਜੀ ਸਟੋਰ ਹੁੰਦੀ ਆ? इलास्टिक पोटेंशियल। ਇਲਾਸਟਿਕ ਪੋਟੈਂਸ਼ੀਅਲ। ਸੇਮ ਵਰਡ ਹੁਣ ਵੀ ਲੈ ਰਹੇ। ਜੇ ਇੱਕ ਤਾਰ ਨੂੰ ਮੈਂ ਸਟ੍ਰੈਚ ਕਰਦਾ ਪਿਆ, ਤਾਰ ਨੂੰ ਮੈਂ ਖਿੱਚਦਾ ਪਿਆ, ਤੇ ਇਹਦਾ ਮਤਲਬ ਉਹਦਾ ਇੰਟਰ ਮੋਲੀਕੂਲਰ ਗੈਪ ਜਿਹੜੇ ਨੇ ਉਹ ਚੇਂਜ ਹੁੰਦੇ ਹੋਣਗੇ। yes, ਠੀਕ ਹੈ, ਤੇ ਜੇ ਉਹਦੇ ਅੰਦਰ ਅਸੀਂ ਐਸ ਸੱਚ ਕੰਸੀਡਰ ਕਰਦੇ ਇੰਟਰ ਐਟੋਮਿਕ ਜਾਂ ਇੰਟਰ ਮੋਲੀਕੂਲਰ ਗੈਪ ਜਿਹੜੇ ਚੇਂਜ ਹੋ ਰਹੇ ਆ,
ਤੇ ਇਹਦਾ ਮਤਲਬ ਆ ਉਸ ਗੈਪ ਦੇ ਵਿੱਚ ਜਿਹੜੀ ਫੋਰਸ ਬਣਦੀ ਪਈ ਤੂੰ ਆਪਣੀ ਓਰੀਜਨਲ ਕਨਫੀਗੂਰੇਸ਼ਨ ਨੂੰ ਵਾਪਸ ਸੈਟਅਪ ਕਰਨ ਵਾਸਤੇ ਉਸ ਰਿਸਟੋਰਿੰਗ ਫੋਰਸ ਦੇ ਅਗੇਂਸਟ ਅਸੀਂ ਫੋਰਸ ਅਪਲਾਈ ਕਰਾਂਗੇ। Yes. Yes, sir. ਥੋੜਾ ਜਿਹਾ ਰਿਸਪੌਂਸ ਚਾਹੀਦਾ, ਥੋੜਾ ਜਲਦੀ ਰਿਸਪੌਂਡ ਕਰ ਦਿਆ ਕਰੋ, ਮੈਨੂੰ ਪਤਾ ਲੱਗ ਜਵੇ ਫਿਰ ਮੈਂ ਅੱਗੇ ਕੰਟੀਨਿਊ ਕਰਦਾ ਰਹਾਂ। ਆਪਾਂ ਇਹ ਕਹਿ ਰਹੇ ਹਾਂ ਕਿ ਜੇ ਮੇਰੇ ਕੋਲ ਦੋ ਐਟਮਸ ਜਿਹੜੇ ਨੇ ਉਹ ਇੱਕ ਬੌਂਡ ਦੇ ਥਰੂ ਬਚੇ ਹੋਏ ਆ, ਹਨਾ, ਜਦੋਂ ਤੁਸੀਂ ਸਟ੍ਰੈਚ ਕਰਦੇ ਪਏ ਹੋ ਤੇ ਬੇਸਿਕਲੀ ਤੁਸੀਂ ਇੰਟਰ ਐਟੋਮਿਕ ਗੈਪ ਜਿਹੜੇ ਉਹ ਚੇਂਜ ਕਰਾ ਇਸ ਨਾਲ ਇਹਨਾਂ ਦੀ ਅਟਰੈਕਟਿਵ ਫੋਰਸ ਦੇ ਅਗੇਂਸਟ ਅਸੀਂ ਫੋਰਸ ਲਗਾ ਕੇ ਇਹਨੂੰ ਖਿੱਚਦੇ ਪਏ ਤੇ ਇਹਦਾ ਮਤਲਬ ਆ ਸਮ ਵਰਕ ਹੈਜ਼ ਟੂ ਬੀ ਡਨ ਫॉर दैट। ਤੇ ਜਿਹੜਾ ਮੈਂ ਉਸ ਮੂਵਮੈਂਟ ਤੇ ਉਹ ਸਟ੍ਰੈਚਿੰਗ ਵਾਸਤੇ ਵਰਕ ਕਰਾਂਗਾ ਉਹ ਵਰਕ ਵਾਇਰ ਦੇ ਅੰਦਰ ਇਲਾਸਟਿਕ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੋ ਜੂ। Yes, sir. Yes, sir. Yes, sir. Yes, sir. ਕਿ ਐਸ ਸੱਚ ਇਲਾਸਟਿਕ ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਡਰਾਈਵ ਕਰੋ ਇਨ ਟਰਮ ਆਫ ਸਟ੍ਰੈਸ ਐਂਡ ਸਟ੍ਰੇਨ। ਉਹਨੂੰ ਆਪਾਂ ਕਿੱਥੋਂ ਸ਼ੁਰੂ ਕਰਦੇ ਪਏ ਕਿ ਜੇ ਮੇਰੇ ਕੋਲ ਕੋਈ ਵਾਇਰ ਗਿਵਨ ਆ, ਜਦੋਂ ਮੈਂ ਇਸ ਵਾਇਰ ਤੇ ਹਜੇ ਕੋਈ ਫੋਰਸ ਅਪਲਾਈ ਨਹੀਂ ਕੀਤੀ ਤੇ ਇਹਦੀ ਸਟ੍ਰੈਚਿੰਗ ਲੈਂਥ ਕੀ ਹੋਏਗੀ। ਜੇ ਮੈਂ ਵਾਇਰ ਤੇ ਕੋਈ ਫੋਰਸ ਅਪਲਾਈ ਨਹੀਂ ਕੀਤੀ ਕਿ ਇਹਦੀ ਲੈਂਥ ਚੇਂਜ ਹੋਊ ਉਦੋਂ No, sir. No, sir. ਨਹੀਂ ਨਾ। Sir. ਜਦੋਂ ਜ਼ੀਰੋ ਫੋਰਸ ਲਗਾਈ ਆਪਾਂ ਇੱਕ ਬੇਸਿਕਲੀ ਐਵਰੇਜ ਫੋਰਸ ਦਾ ਕਨਸੈਪਟ ਲੈਣ ਲੱਗੇ ਆ ਬੇਟਾ, ਉਹਦੇ ਵਾਸਤੇ ਵਰਡ ਐਡ ਕਰਦਾ ਪਿਆ। ਜਦੋਂ ਆਪਾਂ ਇੱਥੇ ਫੋਰਸ ਕੋਈ ਨਹੀਂ ਅਪਲਾਈ ਕੀਤੀ ਸੀ ਕਹਿੰਦੇ ਇਹਦਾ ਡੈਲਟਾ ਐਲ ਵੀ ਜ਼ੀਰੋ। ਜਦੋਂ ਜਿੱਦਾਂ ਮੈਂ ਹੁਣ ਇਸ ਵਾਇਰ ਦੇ ਉੱਤੇ ਫੋਰਸ ਅਪਲਾਈ ਕਰਦਾ ਜਾ ਰਿਹਾ, ਮੈਂ ਵਾਇਰ ਖਿੱਚਦਾ ਜਾ ਰਿਹਾ, ਇਹਦਾ ਮਤਲਬ ਮੈਂ ਵਾਇਰ ਤੇ ਜਦੋਂ ਵੇਰੀਏਬਲ ਫੋਰਸ ਲਗਾਈ ਆ ਉਹਦੇ ਨਾਲ ਵਾਇਰ ਦੀ ਲੈਂਥ ਜਿਹੜੀ ਆ ਹਨਾ ਉਹ ਚੇਂਜ ਹੁੰਦੀ ਗਈ। ਠੀਕ ਹੈ, ਕੱਲ ਵੀ ਮੈਂ ਗੱਲ ਕੀਤੀ ਸੀ ਸਟ੍ਰੈਸ ਸਟ੍ਰੇਨ ਜੇ ਵਿਦਨ ਇਲਾਸਟਿਕ ਲਿਮਿਟ ਹੀ ਹੋਵਾਂਗੇ ਤੇ ਸਟ੍ਰੈਸ ਦੇ ਹਿਸਾਬ ਨਾਲ ਸਟ੍ਰੇਨ। ਠੀਕ ਹੈ, ਪਰ ਜਦੋਂ ਮੈਂ ਬਿਯੋਂਡ ਇਲਾਸਟਿਕ ਲਿਮਿਟ ਨਿਕਲਦਾ ਵਾਂ ਤੇ ਇਹਦਾ ਮਤਲਬ ਸਟ੍ਰੈਸ ਸਟ੍ਰੇਨ ਲੀਨੀਅਰ ਨਹੀਂ ਰਹਿੰਦੇ। ਉਹਨੇ ਉਹੀ ਚੀਜ਼ ਨੂੰ ਬੇਸ ਬਣਾ ਕੇ ਆਪਾਂ ਨੇ ਇੰਨੀ ਗੱਲ ਕਹੀ ਆ ਕਿ ਜਦੋਂ ਮੈਂ ਵਾਇਰ ਤੇ ਕੁਝ ਐਫ ਫੋਰਸ ਲਗਾਤੀ, ਪਹਿਲਾਂ ਮੈਂ ਵਾਇਰ ਤੇ ਲਗਾਈ ਜ਼ੀਰੋ ਫੋਰਸ ਤੇ ਜੇ ਮੈਂ ਫੋਰਸ ਵਾਇਰ ਤੇ ਜ਼ੀਰੋ ਲਗਾਈ ਆ ਇਹਦੀ ਸਟ੍ਰੈਚਿੰਗ ਲੈਂਥ ਜ਼ੀਰੋ ਸੀ। ਇਸ ਤੋਂ ਬਾਅਦ ਮੈਂ ਵਾਇਰ ਤੇ ਕੰਟੀਨਿਊਸਲੀ 1 ਨਿਊਟਨ 2 ਨਿਊਟਨ 3 ਨਿਊਟਨ 10 ਨਿਊਟਨ ਦਾ ਫੋਰਸ ਲਗਾਈ ਤੇ ਜਦੋਂ ਮੈਂ ਵਾਇਰ ਤੇ ਫੋਰਸ ਅਪਲਾਈ ਕੀਤੀ ਮੈਂ ਕਿਹਾ ਜੀ 10 ਨਿਊਟਨ ਫੋਰਸ ਲਗਾਉਂਦੇ ਲਗਾਉਂਦੇ ਵਾਇਰ ਦੀ ਡੈਲਟਾ ਐਲ ਲੈਂਥ ਸਟ੍ਰੈਚ ਹੋ ਗਈ। ਠੀਕ ਆ, ਇਹਦਾ ਮਤਲਬ ਇਹ ਹੋ ਗਿਆ ਵਾਇਰ ਤੇ ਜਿਹੜੀ ਉਹ ਵੇਰੀਏਬਲ ਫੋਰਸ ਲੱਗੀ ਹੈ ਨਾ, ਕਾਂਸਟੈਂਟ ਨਹੀਂ ਲੱਗੀ, ਅਸੀਂ ਉਸ ਵੇਰੀਏਬਲ ਫੋਰਸ ਦੀ ਐਵਰੇਜ ਫੋਰਸ ਕੰਸੀਡਰ ਕਰਾਂਗੇ ਵਾਇਰ ਤੇ ਕਿੰਨੀ ਅਪਲਾਈ ਕੀਤੀ। ਆ ਇੱਕ ਲਾਈਨ ਤੁਹਾਡੇ ਸਭ ਤੋਂ ਪਹਿਲਾਂ ਸਮਝਣ ਵਾਲੀ ਜ਼ਰੂਰੀ ਆ। ਕਿਆ ਇਹ ਗੱਲ ਸਮਝ ਆਈ? Yes, sir. ਹੁਣ ਜਦੋਂ ਵਾਇਰ ਤੇ ਮੈਂ ਵੇਰੀਏਬਲ ਫੋਰਸ ਲਗਾਈ ਨਾ ਤੇ ਵੀ ਆਰ ਆਲਵੇਜ਼ ਡਿਫਾਈਨਿੰਗ ਦਾ ਐਵਰੇਜ ਫੋਰਸ ਅਪਲਾਈਡ ਔਨ ਦਾ ਵਾਇਰ ਟੂ ਸਟ੍ਰੈਚ ਦਾ ਵਾਇਰ ਬਾਈ ਕਹਿੰਦਾ ਜੀ ਡੈਲਟਾ ਐਲ ਅਮਾਉਂਟ। ਇਹਦਾ ਮਤਲਬ ਆਪਾਂ ਮੈਂ ਇਹਦੀ ਥਿਊਰੀ ਨਹੀਂ ਲਿਖ ਰਿਹਾ, ਮੈਂ ਇਹਦੇ ਮੈਥਮੈਟੀਕਲ ਦੀ ਗੱਲ ਕਰਾਂਗਾ। we know that ਕਹਿੰਦਾ ਜੀ average force applied on the wire, average force applied on the wire is given by, ਜੇ ਮੈਂ ਉਸ ਐਵਰੇਜ ਫੋਰਸ ਨੂੰ ਲਿਖਾਂ FAD ਆਪਾਂ ਉਸ ਫੋਰਸ ਦਾ ਸਿੰਬਲ ਦਿੰਨੇ ਪਏ। ਠੀਕ ਹੈ, ਔਰ ਇਹ ਮੇਰੇ ਕੋਲ ਮਿਨੀਮਮ ਤੇ ਮੈਕਸਿਮਮ ਦੀ ਅਸੀਂ ਕਹਿੰਦੇ ਜੀ ਐਵਰੇਜ ਦੇ ਬਰਾਬਰ। ਇਹਦਾ ਮਤਲਬ ਐਵਰੇਜ ਫੋਰਸ ਮੇਰੀ ਜਿਹੜੀ ਹੋਏਗੀ ਉਹ 0 + F/2 that is F/2 ਮੈਂ ਵਾਇਰ ਦੇ ਉੱਤੇ ਆਪਾਂ ਕੰਸੀਡਰ ਕਰਦੇ ਪਏ ਐਵਰੇਜ ਫੋਰਸ ਅਪਲਾਈ ਕੀਤੀ ਹੈ ਔਰ ਇਸ ਫੋਰਸ ਦੇ ਅਪਲਾਈ ਕਰਨ ਦੇ ਨਾਲ ਵਾਇਰ ਦੀ ਡੈਲਟਾ ਐਲ ਲੈਂਥ ਜਿਹੜੀ ਆ ਉਹ ਅਸੀਂ ਕੰਸੀਡਰ ਕਰਦੇ ਮੇਰੇ ਕੋਲ ਜਿਹੜੀ ਸਟ੍ਰੈਚਿੰਗ ਆਈ ਆ, ਯਾਨੀ ਵਾਇਰ ਮੇਰੀ ਜਿਹੜੀ ਆ ਉਹ ਡੈਲਟਾ ਐਲ ਲੈਂਥ ਸਟ੍ਰੈਚ ਹੋਈ ਆ ਜਦੋਂ ਮੈਂ ਵਾਇਰ ਤੇ ਐਵਰੇਜ ਫੋਰਸ ਜਿਹੜੀ ਆ ਉਹ F/2 ਦੇ ਬਰਾਬਰ ਅਪਲਾਈ ਕੀਤੀ। ਕਿਆ ਇੰਨੀ ਗੱਲ ਸਮਝ ਆਈ? Yes, sir. Yes, sir. ਜਿਹੜੀ Yes, sir. ਫੋਰਸ ਲਗਾਈ ਆਪਾਂ ਪੁੱਤ ਤੇ ਜਿਹੜੀ ਇਹਦੀ ਸਟ੍ਰੈਚਿੰਗ ਆ ਬੋਥ ਆਰ ਟੇਕਨ ਇਨ ਦਾ ਸੇਮ ਡਾਇਰੈਕਸ਼ਨ। ਇਸ ਲਈ ਜੇ ਮੈਂ ਇੱਥੇ ਵਰਕ ਕੱਢਾਂ we know that work done in stretching the wire, work done in stretching the wire is given by, ਤੇ ਜੇ ਅਸੀਂ ਉਸ ਵਰਕ ਦੀ ਵੈਲਿਊ ਕੱਢਣੀ ਤੇ ਵਰਕ ਹੁੰਦਾ ਮੇਰੇ ਕੋਲ ਫੋਰਸ ਇਨਟੂ ਡਿਸਪਲੇਸਮੈਂਟ। ਇਸ ਵੇਲੇ ਫੋਰਸ ਤੇ ਡਿਸਪਲੇਸਮੈਂਟ ਬੋਥ ਆਰ ਇਨ ਸੇਮ ਡਾਇਰੈਕਸ਼ਨ, ਇਸ ਲਈ ਤੇ ਸਿੰਪਲ FAB ਇਨਟੂ ਡੈਲਟਾ ਲਿਖ ਲਾਂਗਾ ਇਨਟੂ cos 0 ਡਿਗਰੀ ਆਇਆ ਵਾ। ਇੰਨੀ ਗੱਲ ਸਮਝ ਲੱਗੀ? Yes, sir. ਇਥੋਂ ਡਿਫਾਈਨ ਕਰ ਦਈਏ ਤੇ ਆਪਣੇ ਕੋਲ ਵੈਲਿਊ ਬਣ ਗਈ F/2 ਇਨਟੂ ਡੈਲਟਾ ਐਲ, ਯਾਨੀ ਹਾਫ ਆਫ F ਇਨਟੂ ਡੈਲਟਾ ਐਲ।
ਇਹ ਜਿੰਨਾ ਮੇਰਾ ਵਰਕ ਆਇਆ ਇਹ ਵਾਇਰ 'ਚ ਮੇਰੀ ਐਸ ਸੱਚ ਇਲਾਸਟਿਕ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੋ ਜਾਏਗਾ। ਹੁਣ ਇਹ ਤਾਂ ਫਾਰਮੂਲਾ ਇੱਕ ਬਣ ਗਿਆ, ਅੱਗੇ ਹੈਗੀ ਸਿਰਫ ਮੈਨੂਪੂਲੇਸ਼ਨ। ਮੈਨੂਪੂਲੇਸ਼ਨ 'ਚ ਅਸੀਂ ਕਰਨੇ ਚਾਹੁੰਦੇ ਕੀ ਆ ਕਿ ਇਹਨੂੰ ਸਟ੍ਰੈਸ ਸਟ੍ਰੇਨ ਦੀ ਫਾਰਮ 'ਚ ਲਿਖੀਏ, ਤੇ ਬੇਟਾ ਉਹਦੇ ਵਾਸਤੇ ਇਹਨੂੰ ਸਟ੍ਰੈਸ ਸਟ੍ਰੇਨ ਦੀ ਫਾਰਮ 'ਚ ਲਿਖਣ ਵਾਸਤੇ ਸਟ੍ਰੈਸ ਅਸੀਂ ਕਿਹਾ ਸੀ ਫੋਰਸ ਬਾਈ ਏਰੀਆ ਹੁੰਦੀ ਆ। ਇਹਦਾ ਮਤਲਬ ਇਹਨੂੰ ਏਰੀਆ ਦੇ ਨਾਲ ਮਲਟੀਪਲਾਈ, ਏਰੀਆ ਨਾਲ ਕਰ ਲਓ ਡਿਵਾਈਡ, ਔਰ ਨਾਲ ਸਟ੍ਰੇਨ ਬਿਲਟ ਅਪ ਕਰਨੀ ਆ। ਵਾਇਰ 'ਚ ਇਸ ਵੇਲੇ ਸਟ੍ਰੇਨ ਜਿਹੜੀ ਆ ਉਹ ਲੌਂਗੀਟਿਊਡਨਲ ਸਟ੍ਰੇਨ ਬਣਦੀ ਹੋ। ਯੈਸ ਜਿਵੇਂ Yes, ਵਾਇਰ ਦੇ ਅੰਦਰ ਉਹਦੀ ਲੈਂਥ ਦੀ ਚੇਂਜ ਗਿਣ ਲਵਾਂ ਹਨਾ, ਔਰ ਆਪਾਂ ਐਸ ਚ ਲੇਟਰਲ ਸਟ੍ਰੇਨ ਜਿਹੜੀ ਉਹ ਨਹੀਂ ਲੈ ਕੇ ਚੱਲ ਰਹੇ, ਆਪਾਂ ਸਿਰਫ ਲੈਂਥ ਦੀ ਚੇਂਜ ਗਿਣਦੇ ਪਏ, ਤੇ ਫਿਰ ਲੈਂਥ ਦੀ ਚੇਂਜ ਕਰਕੇ ਜਿਹੜੀ ਸਟ੍ਰੇਨ ਆਂਦੀ ਆ ਉਹ ਲੌਂਗੀਟਿਊਡਨਲ ਸਟ੍ਰੇਨ ਹੁੰਦੀ ਬੇਟੇ। ਯੈਸ ਸਰ। yes, sir. ਲੌਂਗੀਟਿਊਡਨਲ ਸਟ੍ਰੇਨ ਮੇਰੀ ਡੈਲਟਾ ਐਲ ਬਾਈ ਐਲ ਦੀ ਫਾਰਮ ਚ ਆ। ਇਹਦਾ ਮਤਲਬ ਇੱਥੇ ਜੇ ਐਲ ਆ ਜਾਵੇ ਹਨਾ, ਤੇ ਮੇਰੇ ਕੋਲ ਜਿਹੜੀ ਲੌਂਗੀਟਿਊਡਨਲ ਸਟ੍ਰੇਨ ਆ ਜਾਊ। ਐਲ ਲੈ ਕੇ ਆਉਣ ਵਾਸਤੇ ਅਸੀਂ ਕੀ ਕਰਨੇ ਪਏ, ਵਾਇਰ ਦਾ ਜਿਹੜਾ ਵੋਲੀਅਮ ਆ, ਏਰੀਆ ਆਫ ਕ੍ਰਾਸ ਸੈਕਸ਼ਨ ਵਾਇਰ ਦਾ ਏ ਲੈ ਲਿਆ, ਐਲ ਵਾਇਰ ਦੀ ਲੈਂਥ ਆ, ਤੇ ਏਰੀਆ ਇਨਟੂ ਲੈਂਥ ਵਾਇਰ ਦਾ ਵੋਲੀਅਮ ਬਣ ਜੂ। ਯੈਸ Sir. ਇਸ ਲਈ ਅਸੀਂ ਕਹਿ ਰਹੇ ਵੋਲੀਅਮ ਆਫ ਵਾਇਰ ਨਾਲ ਮਲਟੀਪਲਾਈ ਕਰ ਲਓ ਤੇ ਵੋਲੀਅਮ ਆਫ ਵਾਇਰ ਨਾਲ ਡਿਵਾਈਡ ਕਰ ਦਿਓ, ਯਾਨੀ A ਇਨਟੂ L ਵੋਲੀਅਮ ਆਫ ਵਾਇਰ ਨਾਲ ਮਲਟੀਪਲਾਈ ਔਰ A ਇਨਟੂ L ਵੋਲੀਅਮ ਆਫ ਵਾਇਰ ਨਾਲ ਡਿਵਾਈਡ ਕਰ ਲਓ। ਹੁਣ ਇਹਦੇ ਵਿੱਚੋਂ ਟਰਮ ਨੂੰ ਰੀਅਰੇਂਜ ਕਰੀਏ ਤੇ ਇੰਨੀ ਚੀਜ਼ ਜਿਹੜੀ ਆ ਇਹ ਮੇਰੀ ਨਾਰਮਲ ਸਟ੍ਰੈਸ ਬਣ ਜਾਏਗੀ, ਔਰ ਡੈਲਟਾ L ਬਾਈ L ਜਿਹੜਾ ਮੇਰੇ ਕੋਲ ਆ ਇਹ ਮੇਰੇ ਕੋਲ ਐਸ ਐਚ ਵਾਇਰ ਦੇ ਅੰਦਰ ਕਹਿੰਦਾ ਜੀ ਸਟ੍ਰੇਨ ਆ ਜਾਏਗੀ। ਇਹਦਾ ਮਤਲਬ ਜੇ ਮੈਂ ਇਸੇ ਵਰਕ ਨੂੰ ਠੀਕ ਹੈ ਨਾਲ ਹੀ ਇਹਦੇ ਵਿੱਚ ਕਰ ਦੋ ਅਕੋਰਡਿੰਗ ਟੂ ਵਰਕ એનર્ਜੀ ਥਿਓਰਮ, ਇਹ ਵੀ ਟਰਮ ਨਾਲ ਹੀ ਡਿਫਾਈਨ ਕਰ ਦੋ। ਵਰਕ એનર્ਜੀ ਥਿਓਰਮ ਦੇ ਅਕੋਰਡਿੰਗਲੀ ਜਿੰਨਾ ਤੁਸੀਂ ਵਰਕ ਪਰਫਾਰਮ ਕੀਤਾ ਉਹ ਵਾਇਰ ਦੇ ਵਿੱਚ ਇਲਾਸਟਿਕ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੋ ਜੂ। ਯੈਸ ਇਹਦਾ ਮਤਲਬ ਆਪਣੇ ਕੋਲ ਜਿਹੜਾ ਵਰਕ ਹੋਏਗਾ ਇਹਨੂੰ ਇਲਾਸਟਿਕ ਪੋਟੈਂਸ਼ੀਅਲ એનર્ਜੀ ਦੀ ਫਾਰਮ ਚ ਸਿੰਬਲ ਦੇ ਦਾਂਗੇ, ਤੇ that can be written equal to half of stress into longitudinal strain into volume of the wire। यानी आ मेरे को एज सच ਜਿਹੜੀ ਆ ਇਹ એનર્ਜੀ ਸਟੋਰਡ ਇਨ ਵਾਇਰ ਆ ਜਾਏਗੀ। ਠੀਕ ਹੈ, ਹੁਣ ਇਹਨੂੰ ਫਰਦਰ ਹੋਰ ਜੇ ਆਪਾਂ ਇਹਦੇ ਫਾਰਮੂਲੇ ਬਣਾਣੇ ਆ, ਇੱਕ ਆਪਾਂ ਇਹਦੇ ਤੋਂ એનર્ਜੀ ਡੈਂਸਿਟੀ ਦਾ ਫਾਰਮੂਲਾ ਬਣਾ ਦੀਦਾ। એનર્ਜੀ ਡੈਂਸਿਟੀ ਦਾ ਮਤਲਬ ਹੋਏਗਾ એનર્ਜੀ ਸਟੋਰਡ ਪਰ ਯੂਨਿਟ ਵੋਲੀਅਮ, ਤੇ ਜੇ ਪੁੱਤ ਆ એનર્ਜੀ ਸਟੋਰਡ ਆਈ ਆ ਇਹਨੂੰ ਵੋਲੀਅਮ ਆਫ ਵਾਇਰ ਨਾਲ ਡਿਵਾਈਡ ਕਰ ਲਾ ਤੇ ਮੈਨੂੰ ਇਹ ਮਿਲ ਜਾਏਗਾ ਵਾਇਰ ਦੇ ਯੂਨਿਟ ਵੋਲੀਅਮ ਚ ਕਿੰਨੀ એનર્ਜੀ ਸਟੋਰ ਹੋਈ। ਜੇ ਪੂਰੀ ਵਾਇਰ ਦੇ ਅੰਦਰ 10 ਜੂਲ ਆ ਔਰ ਵਾਇਰ ਦਾ ਵੋਲੀਅਮ ਇੱਕ 10 ਸੈਂਟੀਮੀਟਰ ਕਿਊਬ ਆ, ਤੇ ਮੈਂ ਇਹ ਕੈਲਕੂਲੇਟ ਕਰ ਸਕਦਾ ਕਿ 1 ਸੈਂਟੀਮੀਟਰ ਕਿਊਬ ਵਾਇਰ ਦੇ ਪੋਰਸ਼ਨ ਦੇ ਅੰਦਰ ਕਿੰਨੀ ਇਲਾਸਟਿਕ ਪੋਟੈਂਸ਼ੀਅਲ એનર્ਜੀ ਆ, ਉਹਨੂੰ ਅਸੀਂ એનર્ਜੀ ਡੈਂਸਿਟੀ ਡਿਫਾਈਨ ਕਰਾਂਗੇ। ਕੀ ਗੱਲ ਸਮਝ ਆਈ? ਉਹ ਨਿਆਣਿਓ ਬੇਟੇ ਆਵਾਜ਼ ਆ ਰਹੀ ਆ? ਸਰ ਯੈਸ ਮੈਂ ਪੁੱਤ ਇਹ ਕਿਹਾ ਕਿ ਆਪਾਂ ਜੋ ਕੈਲਕੂਲੇਟ ਕੀਤਾ ਇਹ ਟੋਟਲ ਪੂਰੀ ਵਾਇਰ ਦੀ એનર્ਜੀ ਆਈ ਹੈ ਨਾ। ਜੇ ਮੈਂ ਇਹ ਕੈਲਕੂਲੇਟ ਕਰਨਾ ਜਿੱਦਾਂ ਅਸੀਂ ਇੱਕ ਵੇਰੀਏਬਲ n ਡਿਫਾਈਨ ਕਰਦੇ ਨੰਬਰ ਆਫ ਐਟਮ ਪਰ ਯੂਨਿਟ ਵੋਲੀਅਮ, ਨੰਬਰ ਡੈਂਸਿਟੀ ਕਹਿੰਦੇ ਆ, ਇਦਾਂ ਅਸੀਂ ਐਸਐਚ ਜੇ એનર્ਜੀ ਡੈਂਸਿਟੀ ਕੈਲਕੂਲੇਟ ਕਰਨੀ ਆ। એનર્ਜੀ ਡੈਂਸਿਟੀ ਦਾ ਮਤਲਬ ਇਹ ਹੋਏਗਾ ਵਾਇਰ ਦੇ ਯੂਨਿਟ ਵੋਲੀਅਮ ਦੇ ਵਿੱਚ ਕਿੰਨੀ એનર્ਜੀ ਸਟੋਰ ਆ, ਤੇ ਯੂਨਿਟ ਵੋਲੀਅਮ ਦੀ એનર્ਜੀ ਕੈਲਕੂਲੇਟ ਕਰਨ ਲਈ ਤੁਸੀਂ ਟੋਟਲ એનર્ਜੀ ਨੂੰ ਵਾਇਰ ਦੇ ਟੋਟਲ ਵੋਲੀਅਮ ਨਾਲ ਡਿਵਾਈਡ ਕਰ ਲਓ। ਇਹ ਮੈਂ ਨੈਕਸਟ ਟਰਮ ਜੋ ਲਿਖਦਾ ਪਿਆ ਉਹ ਆ ਜਾਏਗੀ ਨਾਓ એનર્ਜੀ ਡੈਂਸਿਟੀ ਠੀਕ ਹੈ, ਜਿਹਨੂੰ ਸਮਾਲ u ਲਿਖ ਦਾਂਗਾ, that is the ratio of energy stored in wire per unit volume of the wire। ਟੋਟਲ ਅਮਾਉਂਟ ਆਫ એનર્ਜੀ ਸਟੋਰ ਨੂੰ ਟੋਟਲ ਵੋਲੀਅਮ ਦੇ ਨਾਲ ਡਿਵਾਈਡ ਕਰ ਲਓ, ਤੇ ਵੋਲੀਅਮ ਅਸੀਂ A into L ਲਿਖਤਾ ਸੀਗਾ। ਇਹਦਾ ਮਤਲਬ ਜੇ ਆਹ ਫਾਰਮੂਲੇ ਦੇ ਅਕ੍ਰੋਸ ਮੈਂ ਚੱਲਾਂ ਤੇ ਆਹ ਵੋਲੀਅਮ ਇੱਧਰ ਲਿਆ ਕੇ ਡਿਵਾਈਡ ਕਰਾ ਲਵਾਂ, ਤੇ ਮੇਰੇ ਕੋਲ ਜਿਹੜਾ ਫਾਰਮੂਲਾ ਹੋਏਗਾ ਉਹ ਹਾਫ ਇਨਟੂ ਸਟ੍ਰੈਸ ਇਨਟੂ ਲੌਂਗੀਟਿਊਡਨਲ ਸਟ੍ਰੇਨ ਆਜੋ ਜੀ। ਕਿ ਇਹਨਾਂ ਦਾ ਯੈਸ ਸਰ। ਯੈਸ ਇੱਕ ਹੋਰ ਚੀਜ਼, ਕਿਸੇ ਨੂਮੈਰੀਕਲ ਦੇ ਅੰਦਰ ਮੰਨ ਲਓ ਸਟ੍ਰੈਸ ਦਿੱਤੀ ਆ, ਠੀਕ ਹੈ, ਮਟੀਰੀਅਲ ਦਾ ਯੰਗ ਮੋਡੂਲਸ ਦਿੱਤਾ ਹੋਇਆ, ਲੌਂਗੀਟਿਊਡਨਲ ਸਟ੍ਰੇਨ ਹੈ ਨਹੀਂ, ਤੇ ਆਪਾਂ ਪਿੱਛੇ ਯੰਗ ਮੋਡੂਲਸ ਦਾ ਫਾਰਮੂਲਾ ਜਿਹੜਾ ਪੜਿਆ ਵਾ ਉਹ ਸੀ ਕਿ ਅਸੀਂ ਨਾਰਮਲ ਸਟ੍ਰੈਸ ਟੂ ਲੌਂਗੀਟਿਊਡਨਲ ਸਟ੍ਰੇਨ,
ਇਹਦਾ ਮਤਲਬ ਮੈਨੂੰ ਸਟ੍ਰੈਸ ਤੇ ਮੋਡੂਲਸ ਦੀ ਫਾਰਮ 'ਚ ਫਾਰਮੂਲਾ ਚਾਹੀਦਾ ਹੋਵੇ ਜਾਂ ਸਟ੍ਰੇਨ ਤੇ ਮੋਡੂਲਸ ਦੀ ਫਾਰਮ 'ਚ ਫਾਰਮੂਲਾ ਚਾਹੀਦਾ ਹੋਵੇ ਤੇ ਇਹ ਸਟ੍ਰੈਸ ਔਰ ਸਟ੍ਰੇਨ ਨੂੰ ਮੋਡੂਲਸ ਦੇ ਨਾਲ ਲਿੰਕ ਕਰਨਾ ਤੇ ਉਹ ਯੰਗ ਮੋਡੂਲਸ ਦਾ ਫਾਰਮੂਲਾ ਸੀਗਾ। ਮੇਰੀ ਗੱਲ ਸਮਝ ਆਈ? ਆਪਣੇ ਕੋਲ ਜਿਹੜਾ ਫਾਰਮੂਲਾ ਬਣਿਆ એનર્ਜੀ ਡੈਂਸਿਟੀ ਦਾ ਇਹ ਸਟ੍ਰੈਸ ਤੇ ਸਟ੍ਰੇਨ ਦੀ ਫਾਰਮ 'ਚ ਆਇਆ ਤੇ ਜੇ ਨੂੰ ਮੈਂ ਮੋਡੂਲਸ ਦੀ ਫਾਰਮ 'ਚ ਲੈ ਕੇ ਜਾਣਾ ਤੇ ਜਿਹੜਾ ਮੋਡੂਲਸ ਲੈਂਥ ਦੀ ਚੇਂਜ ਨਾਲ ਲਿੰਕ ਸੀਗਾ ਉਹ ਯੰਗ ਮੋਡੂਲਸ ਆ ਬੇਟਾ। ਕੀ ਗੱਲ ਸਮਝ ਲੱਗਦੀ ਪਈ? Yes, sir. Yes, sir. ਇਸੇ ਫਾਰਮੂਲੇ ਨੂੰ ਜੇ ਫਰਦਰ ਆਪਾਂ ਹੋਰ ਲਿਖਣਾ ਹੋਵੇ ਤਾਂ ਆਪਾਂ ਇੱਥੇ ਡਿਫਾਈਨ ਕਰ ਦਾਂਗੇ we know that young modulus equal to normal stress ਔਰ ਆਪਣੀ ਸਟ੍ਰੈਸ ਜਿਹੜੀ ਅਪਲਾਈਡ ਆ ਉਹ ਨਾਰਮਲ ਹੀ ਆ। ਇਹਨੂੰ ਭਾਵੇਂ ਕਲਰ ਸਟ੍ਰੈਸ ਲਿਖ ਲਓ ਭਾਵੇਂ ਨਾਰਮਲ ਸਟ੍ਰੈਸ, ਬੋਥ ਆਰ ਦਾ ਸੇਮ ਆ। ਓਵਰ ਆਪਣੇ ਕੋਲ ਸੀਗੀ ਲੌਂਗੀਟਿਊਡਨਲ ਸਟ੍ਰੇਨ, ਠੀਕ ਹੈ। ਤੇ ਇਹਦੇ ਫਾਰਮੂਲੇ ਦੇ ਥਰੂ ਤੁਸੀਂ ਆਪਣਾ ਜਿਹੜਾ ਨਿਊਮੈਰੀਕਲ ਚ ਵੇਰੀਏਬਲ ਨਹੀਂ ਦਿੱਤਾ ਉਹਨੂੰ ਐਲੀਮੀਨੇਟ ਕਰ ਲਾਂਗੇ। ਮੰਨ ਲਓ ਸਟ੍ਰੈਸ ਦੱਸੀ ਹੈ, ਸਟ੍ਰੇਨ ਹੈ ਨਹੀਂ ਤੇ ਇਥੋਂ ਸਟ੍ਰੇਨ ਦੀ ਵੈਲਿਊ ਕੱਢ ਦੋ, ਸਟ੍ਰੈਸ ਬਾਈ ਯੰਗ ਮੋਡੂਲਸ ਉਹ ਪੁੱਟ ਕਰ ਲਓ। ਜਾਂ ਆਪਣੇ ਕੋਲ ਕਹਿੰਦਾ ਜੀ ਐਸ ਸਟ੍ਰੈਸ ਨਹੀਂ ਦੱਸੀ ਹੋਈ ਤੇ ਆਪਾਂ ਇਹਨੂੰ ਸਟ੍ਰੇਨ ਦੀ ਫਾਰਮ ਚ ਕਨਵਰਟ ਕਰ ਲਾਂਗੇ। ਕਿਸੇ ਇੱਕ ਨੂੰ ਬਣਾ ਕੇ ਲਿਖ ਦਿੰਨੇ। ਮੰਨ ਲਓ ਇਥੋਂ ਸਟ੍ਰੈਸ ਦੀ ਵੈਲਿਊ ਡਿਫਾਈਨ ਕਰ ਦਈਏ ਤੇ ਸਟ੍ਰੈਸ ਯੰਗ ਮੋਡੂਲਸ ਇਨਟੂ ਲੌਂਗੀਟਿਊਡਨਲ ਸਟ੍ਰੇਨ ਆ ਜਾਊ। ਆ ਵੈਲਿਊ ਇੱਥੇ ਪੁੱਟ ਅਪ ਕਰ ਲਵਾਂ ਤੇ ਮੇਰੇ ਕੋਲ એનર્ਜੀ ਡੈਂਸਿਟੀ ਦਾ ਸੈਕੰਡ ਫਾਰਮੂਲਾ ਬਣਾ ਕੇ ਲਿਖ ਲਓ। देयरफॉर एनर्जी डेंसिटी आ जाएगी हाफ इनटू यंग मॉडुलस इनटू लॉन्गिट्यूडनल स्ट्रेन स्क्वायर। यानी कि मेरे को आ वाला फार्मूला बन जाएगा। क्या आ चीज क्लियर है? Yes, sir. Yes, sir. इना सारे नु समय लग रहा बच्चे? Yes, sir. Yes.